ਰਿਸ਼ਤਿਆਂ ਦੀ ਗੱਲ ਕਰਾਂਗੇ ਅੱਜ ਦੇ ਇਸ ਸ਼ੋਅ ਦੇ ਵਿੱਚ। ਰਿਸ਼ਤੇ ਬੜਾ ਪਿਆਰਾ ਜਿਹਾ ਸ਼ਬਦ ਹੈ, ਰਿਸ਼ਤੇ, ਰਿਲੇਸ਼ਨਸ਼ਿਪ। ਜਦੋਂ ਅਸੀਂ ਰਿਸ਼ਤੇ ਨਿਭਾਉਂਦੇ ਹਾਂ ਤਾਂ ਉਹਦੇ ਵਿੱਚ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਗੱਲ ਕਿਹਦੇ ਨਾਲ ਕਰੀਏ। ਤੇ ਇੱਕ ਆਪਾਂ ਗੱਲ ਕਰਦੇ ਹਾਂ ਕਿ ਅਟੈਂਸ਼ਨ ਜਿਹੜੀ ਹੈਗੀ ਹੈ ਸਾਡੀ, ਦੈਟ ਇਜ਼ ਅ ਗਿਫਟ। ਅਸੀਂ ਕਿਸੇ ਦੂਜੇ ਦੇ ਨਾਲ ਹੈ, ਦੈਟ ਇਜ਼ ਕੁਆਂਟਿਟੀ ਟਾਈਮ ਦੀ ਗੱਲ ਨਹੀਂ, ਕੁਆਲਿਟੀ ਟਾਈਮ ਦੀ ਗੱਲ ਆ, ਰਾਈਟ। ਭਾਵੇਂ ਤੁਸੀਂ 10 ਮਿੰਟ ਹੀ ਗੱਲ ਕਰੋ, ਪਰ ਮੇਰੇ ਨਾਲ ਅੱਖਾਂ ਮਿਲਾ ਕੇ ਗੱਲ ਕਰੋ। ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਕਿ ਵੀ ਕੀ ਚੱਲ ਰਿਹਾ ਆ। ਪਰ ਜੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਪਰ ਤੁਹਾਡਾ ਧਿਆਨ ਫੋਨ 'ਚ ਆ ਜਾਂ ਟੀਵੀ ਦੇ ਸ਼ੋਅ 'ਚ ਆ ਜਾਂ ਰੋਟੀ 'ਚ ਆ, ਫਿਰ ਉਹ ਗੱਲ ਨਹੀਂ ਬਣਦੀ। ਜਦ ਅਸੀਂ ਆਪਣੇ ਲਵ ਲੈਂਗੁਏਜ 'ਚ ਕਮਿਊਨੀਕੇਟ ਕਰ ਰਹੇ ਹਾਂ, ਆ ਨਹੀਂ ਪਤਾ ਕਿ ਦੂਜੇ ਦੀ ਲਵ ਲੈਂਗੁਏਜ ਕੀ ਹੈ, ਰਾਈਟ। ਤੇ ਜੇ ਉਹਨਾਂ ਨੂੰ ਪਸੰਦ ਆ ਕੋਈ ਗਿਫਟ ਪਸੰਦ ਆ ਉਹਨਾਂ ਦੀ ਲਵ ਲੈਂਗੁਏਜ, ਤੇ ਮੈਨੂੰ ਚਾਹੀਦਾ ਕਿ ਮੈਂ ਉਹਨਾਂ ਨੂੰ ਇੱਕ ਗਿਫਟ ਦੇਵਾਂ, ਰਾਈਟ। ਤੇ ਜੇ ਉਹਨਾਂ ਦੀ ਲਵ ਲੈਂਗੁਏਜ ਹੈ ਕੁਆਲਿਟੀ ਟਾਈਮ, ਉਹਨਾਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕੀਤਾ ਜਾਵੇ। ਹਾਂਜੀ, ਤੇ ਇੱਕ ਸਾਨੂੰ ਚਾਹੀਦਾ ਕਿ ਆਪਾਂ ਫੀਡਬੈਕ ਮੰਗੀਏ ਦੂਜੇ ਬੰਦੇ ਤੋਂ, ਰਾਈਟ। ਜੇ ਤੁਹਾਨੂੰ ਲੱਗਦਾ ਕਿ ਮੈਂ ਤਾਂ ਕਮਿਊਨੀਕੇਟ ਕਰ ਰਿਹਾ ਹਾਂ, ਮੈਂ ਆਪਣੇ ਪਾਰਟਨਰ ਦੀ ਕੇਅਰ ਕਰਦਾ ਹਾਂ ਤੇ ਕਹਿੰਦੀ ਹੈ ਕਿ ਤੁਸੀਂ ਕੇਅਰ ਨਹੀਂ ਕਰਦੇ, ਤੇ ਮੈਂ ਉਹ ਤੋਂ ਪੁੱਛਾਂ ਕਿ ਵੀ ਤੈਨੂੰ ਮੈਂ ਕਿਸ ਤਰ੍ਹਾਂ ਸ਼ੋ ਕਰਾਂ ਕਿ ਮੈਂ ਕੇਅਰ ਕਰਦਾ ਹਾਂ। ਤੇ ਇਸ ਲਈ ਆਪਾਂ ਆਪਣੀ ਕਮੀਆਂ ਨੂੰ ਐਕਸੈਪਟ ਕਰੀਏ, ਦੂਜਿਆਂ ਦੀ ਕਮੀਆਂ ਨੂੰ ਨੋਟਿਸ ਕਰੀਏ, ਪਰ ਉਹਨਾਂ ਦੀ ਜਿਹੜੀ ਗੁੱਡ ਕੁਆਲਿਟੀਜ਼ ਨੇ ਉਹਨਾਂ ਨੂੰ ਵੀ ਹਾਈਲਾਈਟ ਕਰੀਏ ਤਾਂ ਕਿ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਵੇ। ਹਰ ਪੱਖ ਨੂੰ ਮਿਲਦੀ ਹੈ ਆਵਾਜ਼, ਹੁੰਦਾ ਹੈ ਰੋਸ਼ਨੀ ਦਾ। ਰਿਸ਼ਤਿਆਂ ਦੀ ਗੱਲ ਕਰਾਂਗੇ ਅੱਜ ਦੇ ਇਸ ਸ਼ੋਅ ਦੇ ਵਿੱਚ। ਰਿਸ਼ਤੇ ਬੜਾ ਪਿਆਰਾ ਜਿਹਾ ਸ਼ਬਦ ਹੈ, ਰਿਸ਼ਤੇ, ਰਿਲੇਸ਼ਨਸ਼ਿਪ। ਹਰ ਇਨਸਾਨ ਦੇ ਹੁੰਦੇ ਨੇ, ਸਾਡੇ ਸਾਰਿਆਂ ਦੇ ਰਿਸ਼ਤੇ ਹੈਗੇ ਨੇ, ਬਹੁਤ ਅਹਿਮ ਨੇ ਰਿਸ਼ਤੇ ਜ਼ਿੰਦਗੀ ਦੇ ਵਿੱਚ। ਰਿਸ਼ਤੇ ਚੰਗੇ ਹੁੰਦੇ ਨੇ ਤਾਂ ਜ਼ਿੰਦਗੀ ਬਹੁਤ ਖੁਸ਼ਹਾਲ, ਬਹੁਤ ਸਕੂਨਮਈ ਬਣ ਜਾਂਦੀ ਹੈ। ਜੇ ਕਿਤੇ ਰਿਸ਼ਤਿਆਂ ਦੇ ਵਿੱਚ ਦਰਾਰ ਪੈ ਜੇ ਤਾਂ ਉਹੀ ਰਿਸ਼ਤੇ ਤੁਹਾਡੀ ਬਰਬਾਦੀ ਦਾ ਸਬੱਬ ਵੀ ਬਣ ਸਕਦੇ ਨੇ। 3 ਸਵਾਲ ਮੇਰੇ ਜ਼ਿਹਨ ਦੇ ਵਿੱਚ ਆਉਂਦੇ ਨੇ ਜਦੋਂ ਮੈਂ ਰਿਸ਼ਤਿਆਂ ਦੀ ਗੱਲ ਕਰਦੀ ਹਾਂ। ਅੱਜ 3 ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ। ਜੇ ਉਹਨਾਂ ਸਵਾਲਾਂ ਦਾ ਜਵਾਬ ਖੁਦਾ ਨਾ ਖਾਸਤਾ ਹਾਂ ਹੈ ਤਾਂ ਅੱਜ ਦਾ ਜਿਹੜਾ ਇਹ ਸ਼ੋਅ ਹੈ ਇਹਨੂੰ ਬਹੁਤ ਧਿਆਨ ਦੇ ਨਾਲ ਸੁਣਿਓ। ਪਹਿਲਾ ਸਵਾਲ, ਕੀ ਤੁਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਖੁਸ਼ ਹੋ, ਸਿਕਿਉਰ ਹੋ? ਦੂਸਰਾ ਸਵਾਲ, ਕੀ ਤੁਹਾਡੇ ਰਿਸ਼ਤੇ ਦੇ ਵਿੱਚ ਓਨੈਸਟੀ ਤੇ ਟਰਸਟ ਹੈਗਾ? ਤੀਸਰਾ ਸਵਾਲ, ਜਿਹੜੇ ਪਿਆਰ ਮੁਹੱਬਤ ਦੇ ਨਾਲ ਤੁਸੀਂ ਰਿਸ਼ਤਾ ਸ਼ੁਰੂ ਕੀਤਾ ਸੀ, ਕੀ ਉਹ ਪਿਆਰ, ਉਹ ਮੁਹੱਬਤ, ਉਹ ਰਿਸਪੈਕਟ ਹੁਣ ਡਿਸਐਗਰੀਮੈਂਟ, ਚੀਟਿੰਗ, ਕ੍ਰਿਟਿਸਿਜ਼ਮ ਦੇ ਵਿੱਚ ਬਦਲ ਚੁੱਕੀ ਹੈ? ਜੇ ਇਹਨਾਂ 3 ਸਵਾਲਾਂ ਦਾ ਜਵਾਬ ਹਾਂ ਹੈ ਤਾਂ ਜ਼ਰੂਰ ਅੱਜ ਦਾ ਇਹ ਸ਼ੋਅ ਸੁਣਿਓ, ਅਮਲ ਕਰਨ ਦੀ ਕੋਸ਼ਿਸ਼ ਕਰਿਓ। ਜਦੋਂ ਅਸੀਂ ਰਿਸ਼ਤੇ ਨਿਭਾਉਂਦੇ ਹਾਂ ਤਾਂ ਉਹਦੇ ਵਿੱਚ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਗੱਲ ਕਿਹਦੇ ਨਾਲ ਕਰੀਏ। ਰਿਲੇਸ਼ਨਸ਼ਿਪ ਕਾਉਂਸਲਰਸ ਹੁੰਦੇ ਨੇ ਜਿਹੜੇ ਤੁਹਾਡੀ ਗੱਲ ਸੁਣ ਸਕਦੇ ਨੇ, ਪਰ ਸਾਡੀ ਕਮਿਊਨਿਟੀ ਦੀ ਇੱਕ ਬੜੀ ਵੱਡੀ ਘਾਟ ਹੈ ਕਿ ਅਸੀਂ ਘਰ ਦੇ ਅੰਦਰ ਹੀ ਹਰ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਉਹਦੇ ਕਾਬਿਲ ਵੀ ਨਹੀਂ ਹੈਗੇ। ਪਰ ਕਾਉਂਸਲਰ ਵਰਡ ਤੋਂ ਸਾਨੂੰ ਡਰ ਲੱਗਦਾ, ਅਸੀਂ ਜਾਂਦੇ ਨਹੀਂ ਕਾਉਂਸਲਰਸ ਕੋਲ। ਇੱਕ ਮੈਂਟੈਲਿਟੀ ਇਹ ਵੀ ਹੈਗੀ ਹੈ ਵੀ ਘਰ ਦੀ ਗੱਲ ਘਰ 'ਚ ਹੀ ਰੱਖਣੀ ਹੈ, ਅਸੀਂ ਬਾਹਰ ਨਹੀਂ ਲੈ ਕੇ ਜਾਣੀ। ਪਰ ਇਹ ਜਿਹੜੇ ਕਾਉਂਸਲਰਸ ਨੇ ਇਹ ਤੁਹਾਡੀ ਹੈਲਪ ਕਰ ਸਕਦੇ ਨੇ ਉਹਨਾਂ ਰਿਸ਼ਤਿਆਂ ਨੂੰ ਸੁਧਾਰਨ ਦੇ ਵਿੱਚ, ਤੁਹਾਡੇ ਆਪਣੇ ਰਿਸ਼ਤੇ ਨੂੰ ਸੁਧਾਰਨ ਦੇ ਵਿੱਚ। ਔਰ ਤੁਹਾਡੀ ਜਿਹੜੀ ਪੂਰੀ ਜਾਣਕਾਰੀ ਹੈ ਉਹ ਬੜੀ ਕੌਨਫੀਡੈਂਸ਼ੀਅਲ ਰੱਖੀ ਜਾਂਦੀ ਹੈ। ਇਹ ਨਹੀਂ ਹੈਗਾ ਕਿ ਤੁਸੀਂ ਜਾਓਗੇ ਤੇ ਤੁਹਾਡੀ ਗੱਲ ਹੈ ਜਿਹੜੀ ਉਹ ਸੁਸਾਇਟੀ ਦੇ ਵਿੱਚ ਆ ਜਾਏਗੀ। ਅੱਜ ਖਾਸ ਤੌਰ 'ਤੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਰਜਿਸਟਰਡ ਕਲੀਨਿਕਲ ਕਾਉਂਸਲਰਸ ਨੂੰ ਸ਼ਾਮਲ ਕਰ ਰਹੇ ਹਾਂ। ਅਦਿਤੀ ਜਸਰਾ ਮੇਰੇ ਨਾਲ ਨੇ। ਇਹ ਡਾਇਰੈਕਟਰ ਅਤੇ ਫਾਊਂਡਰ ਨੇ ਜੀ ਵੈਲਨੈਸ ਨਾਰਥ ਕਾਉਂਸਲਿੰਗ ਦੇ। ਬਹੁਤ ਤਜਰਬਾ ਹੈ ਇਹਨਾਂ ਨੂੰ, ਇਹਨਾਂ ਦੀ ਪੂਰੀ ਇੱਕ ਟੀਮ ਹੈ, ਪੰਜਾਬੀ ਦੇ ਵਿੱਚ ਵੀ ਇਹ ਸੇਵਾਵਾਂ ਦਿੰਦੇ ਨੇ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਰਿਲੇਸ਼ਨਸ਼ਿਪਸ ਜਿਹੜੇ ਕੌਨਫਲਿਕਟਸ ਹੈਗੇ ਨੇ ਬਹੁਤ ਨੇ, ਸਾਡੇ ਆਲੇ ਦੁਆਲੇ ਭਰੇ ਹੋਏ ਨੇ, ਉਹਦੇ ਨਾਲ ਡੀਲ ਕਰਦੇ ਨੇ। ਜਦੋਂ ਇੱਕ ਕਾਉਂਸਲਰ ਦੇ ਸੰਦਰਭ ਤੋਂ ਤੁਸੀਂ ਗੱਲ ਸੁਣਦੇ ਹੋ ਨਾ, ਕਈ ਵਾਰੀ ਐਸੀਆਂ ਚੀਜ਼ਾਂ ਕਾਉਂਸਲਰ ਸਹਿਜ ਸੁਭਾਅ ਦੱਸ ਦਿੰਦੇ ਨੇ ਜਿਹੜੇ ਸਾਨੂੰ ਪਤਾ ਨਹੀਂ ਹੁੰਦੀਆਂ, ਅਤੇ ਉਹਨਾਂ ਨੂੰ ਜਦੋਂ ਅਸੀਂ ਆਪਣੇ ਰਿਸ਼ਤੇ ਦੇ ਵਿੱਚ ਲੈ ਕੇ ਆਉਂਦੇ ਹਾਂ ਚੀਜ਼ਾਂ ਸਮੂਥ ਚੱਲਣ ਲੱਗ ਜਾਂਦੀਆਂ ਨੇ। ਸੋ ਕੋਸ਼ਿਸ਼ ਕਰਾਂਗੇ ਜੀ ਕਿ ਅੱਜ ਦੇ ਸ਼ੋਅ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਬਾਤਾਂ ਅਦਿਤੀ ਜਸਰਾ ਦੇ ਨਾਲ ਕੀਤੀਆਂ ਜਾਣ। ਪਹਿਲਾਂ ਸਵਾਗਤ ਕਰਦੇ ਹਾਂ ਅਦਿਤੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋਅ। ਸਤਿ ਸ਼੍ਰੀ ਅਕਾਲ ਜਾਸਮੀਨ ਜੀ, ਮੇਰਾ ਸੁਭਾਗ ਹੈ ਕਿ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਆਪਣੀ ਕਮਿਊਨਿਟੀ ਦੇ ਨਾਲ ਇਸ ਬੜੇ ਅਹਿਮ ਮੁੱਦੇ 'ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਤੇ ਆਈ ਐਮ ਵੈਰੀ ਹੈਪੀ ਟੂ ਬੀ ਹੀਅਰ। ਤੇ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿ ਕੋਈ ਕਲੈਰਿਟੀ ਮਿਲੇ ਮਨ ਨੂੰ, ਥੋੜ੍ਹਾ ਜਿਹਾ ਲਾਈਟ ਇਸ ਬਾਰੇ 'ਚ ਰੌਸ਼ਨੀ ਪਾਈ ਜਾਵੇ ਕਿ ਆ ਬੜੀ ਕਾਮਨ ਚੀਜ਼ਾਂ ਨੇ, ਇਹਨਾਂ ਦੇ ਬਾਰੇ ਆਪਣੇ ਦਿਲ 'ਚ
ਸਾਰੀ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ, ਗੱਲਬਾਤ ਕਰੀਏ, ਥੋੜਾ ਡੀ-ਸਟ੍ਰੈਸ ਹੋਈਏ ਤੇ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਯੈਸ ਅਦਿਤੀ, ਬਹੁਤ ਵਧੀਆ ਗੱਲ ਹੈ ਜਿਹੜੀ ਤੁਸੀਂ ਕਹੀ ਹੈ ਕਿ ਦਿਲ ਦੇ ਵਿੱਚ ਨਾ ਰੱਖੋ ਗੱਲ, ਹੈ ਨਾ। ਹਾਂਜੀ। ਦਿਲ 'ਚ ਕਦੇ ਵੀ ਨਹੀਂ ਰੱਖਣੀ ਚਾਹੀਦੀ। ਕਮਿਊਨੀਕੇਸ਼ਨ ਇਜ਼ ਦ ਕੀ। ਜੇ ਅਸੀਂ ਗੱਲ ਹੀ ਨਹੀਂ ਕਰਾਂਗੇ ਤਾਂ ਉਹਦਾ ਹੱਲ ਕਿਵੇਂ ਨਿਕਲੇਗਾ। ਪਰ ਬੜੀ ਵਾਰੀ ਨਾ ਕਈ ਰਿਸ਼ਤਿਆਂ ਦੇ ਵਿੱਚ ਇਹ ਸਮਝ ਲਿਆ ਜਾਂਦਾ ਹੈ ਵੀ ਗੱਲ ਹੀ ਨਾ ਕਰੋ, 2-3 ਦਿਨ 4 ਦਿਨ ਦੇ ਵਿੱਚ ਗੱਲ ਜਿਹੜੀ ਹੈ ਉਹ ਆਪੇ ਠੰਡੀ ਹੋ ਜੂਗੀ। ਪਰ ਸਾਰੇ ਮਸਲਿਆਂ ਦਾ ਹੱਲ ਚੁੱਪੀ ਨਹੀਂ ਹੁੰਦੀ, ਸਾਇਲੈਂਸ ਨਹੀਂ ਹੁੰਦੀ। ਕਮਿਊਨੀਕੇਸ਼ਨ ਇਜ਼ ਦਾ ਕੀ। ਗੱਲ ਕਰਕੇ ਹੀ ਉਸ ਚੀਜ਼ ਦਾ ਜਿਹੜਾ ਹੱਲ ਹੈ ਨਿਕਲਦਾ ਹੈ। ਪਰ ਬੜੇ ਲੋਕ ਗੱਲ ਕਰਨ ਤੋਂ ਡਰਦੇ ਨੇ, ਜਿੱਥੇ ਉਹ ਗਲਤ ਹੁੰਦੇ ਨੇ ਖਾਸ ਤੌਰ ਤੇ ਉੱਥੇ ਬਹੁਤ ਡਰਦੇ ਨੇ। ਤੁਸੀਂ ਹਰ ਰੋਜ਼ ਡੇ ਟੂ ਡੇ ਲਾਈਫ 'ਚ ਅਦਿਤੀ ਡੀਲ ਕਰਦੇ ਹੋ, ਰਿਲੇਸ਼ਨਸ਼ਿਪ ਕੌਨਫਲਿਕਟਸ ਨਾਲ ਡੀਲ ਕਰਦੇ ਹੋ, ਸਾਡੀ ਕਮਿਊਨਿਟੀ ਦੇ ਨਾਲ ਡੀਲ ਕਰਦੇ ਹੋ। ਸਭ ਤੋਂ ਜ਼ਿਆਦਾ ਇਸ਼ੂਜ਼ ਕੀ ਆ ਰਹੇ ਨੇ ਇਸ ਟਾਈਮ ਕਾਮਨ ਰਿਲੇਸ਼ਨਸ਼ਿਪ ਇਸ਼ੂਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ? ਮੈਨੂੰ ਲੱਗਦਾ ਹੈ ਕਿ ਆਪਣੀ ਪ੍ਰਾਇੋਰਟੀਜ਼ ਥੋੜੀ ਚੇਂਜ ਹੋ ਰਹੀਆਂ ਨੇ। ਦੇਖਿਆ ਜਾਵੇ ਅਸੀਂ ਡੇ ਟੂ ਡੇ 'ਚ ਸਟਕ ਹੋ ਜਾਂਦੇ ਹਾਂ ਤੇ ਆਪਣੀ ਫੀਲਿੰਗਸ ਨੂੰ ਇਜ਼ਹਾਰ ਨਹੀਂ ਕਰ ਪਾਉਂਦੇ। ਰਿਸਪੌਂਸਿਬਿਲਿਟੀਜ਼ ਹੁੰਦੇ ਨੇ, ਬੱਚੇ ਨੇ, ਏਜਿੰਗ ਪੇਰੈਂਟਸ ਨੇ, ਇੱਦਾਂ ਦੀ ਐਵਰੀਡੇ ਵਰਕ ਹੈਗਾ ਆ, ਘਰ ਜਾ ਕੇ ਖੁਦ ਸਾਫ਼ ਸਫਾਈ ਕਰਨੀ, ਇੱਦਾਂ ਨਿੱਕੀ ਚੀਜ਼ਾਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਆਪਣੇ ਵੱਲ ਸੈਲਫ ਦੇ ਵੱਲ ਅਸੀਂ ਧਿਆਨ ਦੇਣਾ ਬੰਦ ਕਰ ਦਿੰਦੇ ਨੇ। ਸੈਲਫ 'ਚ ਧਿਆਨ ਨਹੀਂ ਦਿੱਤਾ ਫਿਰ ਦੂਜੇ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਆ। ਜਾਂ ਫਿਰ ਕਈ ਵਾਰੀ ਹੁੰਦਾ ਆ ਕਿ ਕਮਿਊਨੀਕੇਸ਼ਨ ਬ੍ਰੇਕਡਾਊਨ ਹੋ ਜਾਂਦੀ ਹੈ, ਸਾਡੀ ਪੁਰਾਣੀ ਚੀਜ਼ਾਂ ਉਹ ਸਾਰੀ ਐਕਿਊਮੂਲੇਟ ਹੋ ਜਾਂਦੀਆਂ ਨੇ। ਅਸੀਂ ਇੱਕ ਵਾਰੀ ਗੱਲ ਨਹੀਂ ਕੀਤੀ, ਦੂਜੀ ਵਾਰੀ ਗੱਲ ਨਹੀਂ ਕੀਤੀ, ਫਿਰ ਆਪਾਂ ਡਿਫਰੈਂਟ ਆਪਣੇ ਵਰਲਡਸ 'ਚ ਸਟਕ ਹੋ ਕੇ ਰਹਿ ਜਾਂਦੇ ਆ। ਗੱਲਬਾਤ ਬਹੁਤ ਜ਼ਰੂਰੀ ਹੈਗੀ ਹੈ। ਬਿਲਕੁਲ ਆਪਣੀ ਮਨ ਦੀ ਗੱਲ ਕਰਨੀ ਜ਼ਰੂਰੀ ਹੈਗੀ ਹੈ। ਜਿੱਦਾਂ ਆਪਾਂ ਟੀਵੀ ਦੀ ਗੱਲ ਕਰ ਸਕਦੇ ਹਾਂ ਕਿ ਵੀ ਇਹ ਟੀਵੀ 'ਚ ਕੀ ਦੇਖਿਆ, ਉਹ ਸਾਰੀਆਂ ਐਕਸਟਰਨਲ ਚੀਜ਼ਾਂ ਨੇ। ਜਿਹੜੀਆਂ ਇੰਟਰਨਲ ਚੀਜ਼ਾਂ ਨੇ ਉਹਨਾਂ ਬਾਰੇ ਗੱਲ ਕੀਤੀ ਜਾਵੇ। ਮੈਂ ਕੀ ਮਹਿਸੂਸ ਕਰ ਰਹੀ ਹਾਂ, ਕਿੱਦਾਂ ਮੈਨੂੰ ਫੀਲ ਹੋ ਰਿਹਾ ਹੈ, ਇਹਨਾਂ ਚੀਜ਼ਾਂ ਬਾਰੇ, ਮੈਨੂੰ ਕਿੰਨਾ ਸਟ੍ਰੈਸ ਹੈਗਾ ਆ। ਪਰ ਕਈ ਵਾਰੀ ਹੁੰਦਾ ਆ ਕਿ ਆਪਾਂ ਸਟ੍ਰੈਸ ਦੀ ਗੱਲ ਕਰੀ ਜਾ ਰਹੇ ਹਾਂ ਤੇ ਆਪਾਂ ਨੈਗਿੰਗ ਜੇ ਬਣ ਜਾਂਦੇ ਨੇ, ਰਾਈਟ। ਤੇ ਬੈਲੈਂਸ ਚਾਹੀਦਾ ਆ। ਆਪਣੀ ਗੁੱਡ ਚੀਜ਼ਾਂ ਬਾਰੇ ਗੱਲ ਕਰੀਏ ਪਰ ਆਲਸੋ ਜਿਹੜੀਆਂ ਚੀਜ਼ਾਂ ਸਾਨੂੰ ਪਰੇਸ਼ਾਨ ਕਰ ਰਹੀਆਂ ਨੇ ਉਹਨਾਂ ਬਾਰੇ ਵੀ ਗੱਲ ਕਰੀਏ। ਅੱਛਾ ਅਦਿਤੀ, ਇਹ ਵੀ ਵੇਖਿਆ ਗਿਆ ਅੱਜ ਕੱਲ੍ਹ ਦੀ ਸੁਸਾਇਟੀ ਦੇ ਵਿੱਚ, ਜਦੋਂ ਆਪਾਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਅਸੀਂ ਬਿਜ਼ੀ ਬਹੁਤ ਹਾਂ ਆਪਣੀਆਂ ਲਾਈਫ ਦੇ ਵਿੱਚ, ਸਟ੍ਰੈਸ ਵੀ ਹਰ ਕਿਸੇ ਨੂੰ ਹੈਗਾ। ਸਟ੍ਰੈਸ ਤੋਂ ਮਾਈਨਸ ਕਰਕੇ ਜ਼ਿੰਦਗੀ ਹੋ ਨਹੀਂ ਸਕਦੀ। ਗੁੱਡ ਸਟ੍ਰੈਸ, ਬੈਡ ਸਟ੍ਰੈਸ ਹੁੰਦੇ ਨੇ, ਰਾਈਟ। ਹੁਣ ਇੱਕ ਕਪਲ ਹੈ, ਉਹ ਕੰਮ ਤੋਂ ਬਾਅਦ ਘਰ ਗਿਆ, ਕਪਲ ਸੋਫੇ ਤੇ ਬੈਠੇ ਨੇ, ਉਹ ਫੈਮਿਲੀ ਰੂਮ 'ਚ ਹੀ ਬੈਠੇ ਨੇ, ਬੱਚੇ ਆਪਣੇ ਆਈਪੈਡ ਤੇ ਲੱਗੇ ਹੋਏ ਨੇ, ਜੋ ਅੱਜ ਹਰ ਘਰ ਦੀ ਕਹਾਣੀ ਹੈ। ਹਸਬੈਂਡ ਆਪਣਾ ਲੈਪਟਾਪ ਲੈ ਕੇ ਬੈਠਾ, ਵਾਈਫ ਆਪਣਾ ਕੰਮ ਦੇ ਵਿੱਚ ਬਿਜ਼ੀ ਹੈਗੀ ਹੈ। ਕਮਿਊਨੀਕੇਸ਼ਨ ਗੈਪ ਹੈ। ਜਿੰਨਾ ਚਿਰ ਉਹ ਗੱਲਬਾਤ ਨਹੀਂ ਹੁੰਦੀ, ਜਿੰਨਾ ਚਿਰ ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ, ਉਹ ਗੈਪ ਭਰਿਆ ਨਹੀਂ ਜਾਂਦਾ। ਕੀ ਟਿਪਸ ਹੈਗੀਆਂ ਨੇ, ਕੀ ਕੀਤਾ ਜਾਏ ਐਸੀ ਸਿਚੁਏਸ਼ਨ ਦੇ ਵਿੱਚ? ਹਾਂ, ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਵੀ ਅਸੀਂ ਆਪਣੇ ਲੈਪਟਾਪ ਤੇ, ਫੋਨ ਤੇ, ਆਈਪੈਡ ਤੇ ਬਿਜ਼ੀ ਹਾਂ ਤੇ ਇੱਕ ਆਪਾਂ ਗੱਲ ਕਰਦੇ ਹਾਂ ਕਿ ਅਟੈਂਸ਼ਨ ਜਿਹੜੀ ਹੈਗੀ ਹੈ ਸਾਡੀ, ਦੈਟ ਇਜ਼ ਅ ਗਿਫਟ। ਅਸੀਂ ਕਿਸੇ ਦੂਜੇ ਦੇ ਨਾਲ ਹੈ, ਦੈਟ ਇਜ਼ ਕੁਆਂਟਿਟੀ ਟਾਈਮ ਦੀ ਗੱਲ ਨਹੀਂ, ਕੁਆਲਿਟੀ ਟਾਈਮ ਦੀ ਗੱਲ ਆ, ਰਾਈਟ। ਭਾਵੇਂ ਤੁਸੀਂ 10 ਮਿੰਟ ਹੀ ਗੱਲ ਕਰੋ ਪਰ ਮੇਰੇ ਨਾਲ ਅੱਖਾਂ ਮਿਲਾ ਕੇ ਗੱਲ ਕਰੋ। ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਕਿ ਵੀ ਕੀ ਚੱਲ ਰਿਹਾ ਆ। ਪਰ ਜੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਪਰ ਤੁਹਾਡਾ ਧਿਆਨ ਫੋਨ 'ਚ ਆ ਜਾਂ ਟੀਵੀ ਦੇ ਸ਼ੋਅ 'ਚ ਆ ਜਾਂ ਰੋਟੀ 'ਚ ਆ, ਫਿਰ ਉਹ ਗੱਲ ਨਹੀਂ ਬਣਦੀ, ਰਾਈਟ। ਤੇ ਅਟੈਂਸ਼ਨ ਇਜ਼ ਅ ਗਿਫਟ। ਇੱਕ ਦੂਜੇ ਨੂੰ ਅਟੈਂਸ਼ਨ ਦਿੱਤੀ ਜਾਵੇ। 10 ਮਿੰਟ ਹੀ ਕੱਢੋ, 5 ਮਿੰਟ ਹੀ ਕੱਢੋ, ਪਰ ਗੱਲ ਕਰੋ ਇੱਕ ਦੂਜੇ ਨਾਲ। ਇੱਕ ਦੂਜੇ ਵੱਲ ਦੇਖ ਕੇ ਗੱਲ ਕਰੋ ਕਿ ਅੱਜ ਤੇਰੇ ਦਿਨ 'ਚ ਕਿਹੜੀ ਵਧੀਆ ਚੀਜ਼ਾਂ ਹੋਈਆਂ, ਅੱਜ ਕਿਹੜਾ ਸਟ੍ਰੈਸ ਆ, ਰਾਈਟ। ਇੰਪੋਰਟੈਂਟ ਚੀਜ਼ਾਂ ਬਾਰੇ। ਜੀ ਲਵ ਲੈਂਗੁਏਜਸ ਦੀ ਜਦੋਂ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹੁੰਦੇ ਆ ਅਦਿਤੀ ਕਿ ਪਿਆਰ ਦਾ ਨਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੈ। ਮੈਂ ਇੱਕ ਵਾਰ ਕਿਤੇ ਪੜ੍ਹਿਆ ਸੀ, ਕਹਿੰਦੇ ਪਿਆਰ ਨਾ ਇੱਕ ਮੂਨ ਦੇ ਵਾਂਗੂ ਹੁੰਦਾ। ਜਿਵੇਂ ਮੂਨ ਹੈਗਾ, ਜੇ ਉਹ ਵੱਧਦਾ ਨਹੀਂ ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਸੋ ਲਵ ਵੀ ਇੱਦਾਂ ਹੀ ਹੈ, ਜੇ ਉਹ ਵਧੂਗਾ ਨਹੀਂ ਨਾ, ਉਹ ਸਟੇਬਲ ਨਹੀਂ ਰਹਿ ਸਕਦਾ। ਜਾਂ ਤਾਂ ਉਹ ਵਧਣ ਵੱਲ ਜਾਊਗਾ, ਜੇ ਉਹ ਵੱਧ ਨਹੀਂ ਰਿਹਾ ਫਿਰ ਉਹ ਘਟਣ ਵੱਲ ਜਾਊਗਾ। ਪਰ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਵ ਲੈਂਗੁਏਜ ਨਾ ਤਾਂ ਪਤਾ ਹੈ ਕਿ ਸਾਡੀ ਲਵ ਲੈਂਗੁਏਜ ਕੀ ਹੈ, ਨਾ ਹੀ ਐਕਸਪ੍ਰੈਸ ਕਰਨੀ ਆਉਂਦੀ ਹੈ। ਕੀ ਹੁੰਦੀ ਹੈ ਲਵ ਲੈਂਗੁਏਜ? ਲਵ ਲੈਂਗੁਏਜ ਹੁੰਦੀ ਹੈ ਕਿ ਵੀ ਆਪਾਂ ਕਿਸ ਤਰ੍ਹਾਂ ਦੂਜੇ ਨਾਲ ਕਮਿਊਨੀਕੇਟ ਕਰਦੇ ਹਾਂ ਤੇ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਵੀ ਜਿਹੜਾ ਸਾਡਾ ਪਾਰਟਨਰ ਆ ਉਹ ਸਾਡੀ ਕੇਅਰ ਕਰਦਾ ਆ, ਰਾਈਟ। ਆਪਾਂ ਇੱਕ ਚੈਪਮੈਨ ਸੀਗੇ, ਆਥਰ ਸੀਗੇ, ਇੱਕ ਟੀਵੀ ਸ਼ੋਅ ਦੇ ਹੋਸਟ ਸੀਗੇ। ਉਹਨਾਂ ਨੇ 1992 'ਚ ਇੱਕ ਕਿਤਾਬ ਲਿਖੀ, ਉਹਦੀ 11 ਮਿਲੀਅਨ ਕਾਪੀ ਸੋਲਡ ਹੋਈਆਂ ਕਿਉਂਕਿ ਉਹ ਚੀਜ਼ ਜਿਹੜੀ ਹੈ ਸਾਰੀ ਦੁਨੀਆ ਨਾਲ ਬੜੀ ਰੈਜ਼ੋਨੇਟ ਹੋਈ। ਫਿਰ ਉਹਦੀ ਡਿਫਰੈਂਟ ਲੈਂਗੁਏਜਸ ਵਿੱਚ ਟਰਾਂਸਲੇਸ਼ਨ ਹੋਈ ਤੇ ਚੈਪਮੈਨ ਜੀ ਦੇ ਕਹਿਣ ਦੇ ਮੁਤਾਬਕ ਦੇਰ ਆਰ 5 ਟਾਈਪਸ ਆਫ ਲਵ ਲੈਂਗੁਏਜਸ। ਇੱਕ ਹੁੰਦੀਆਂ ਨੇ ਵਰਡਸ ਆਫ ਐਫਰਮੇਸ਼ਨ, ਕਿ ਅਸੀਂ ਆਪਣੇ ਪਾਰਟਨਰ ਨੂੰ ਜਾਂ ਆਪਣੇ ਰਿਸ਼ਤੇ ਵਿੱਚ ਦੂਜੇ ਦੀ ਤਾਰੀਫ ਕਰੀਏ, ਰਾਈਟ। ਕਿ ਜੇ ਉਹਨਾਂ ਨੂੰ ਤਾਰੀਫ ਵਧੀਆ ਲੱਗਦੀ ਕਿ ਵੀ ਤੂੰ ਅੱਜ ਖਾਣਾ ਬਹੁਤ ਵਧੀਆ ਬਣਾਇਆ, ਅੱਜ ਤੂੰ ਬੜੀ ਵਧੀਆ ਲੱਗ ਰਹੀ ਹੈ, ਜਾਂ ਤੂੰ ਬੜੀ ਵਧੀਆ ਤਰੀਕੇ ਨਾਲ ਸਾਰੇ ਘਰਦਿਆਂ ਨਾਲ ਗੱਲ ਕੀਤੀ। ਦੂਜਾ ਹੁੰਦਾ ਹੈ ਕੁਆਲਿਟੀ ਟਾਈਮ, ਕਿ ਅਸੀਂ ਕੁਆਲਿਟੀ ਟਾਈਮ ਸਪੈਂਡ ਕਰੀਏ।
ਤੀਜਾ ਹੁੰਦਾ ਆ ਫਿਜ਼ੀਕਲ ਟੱਚ, ਕਿਉਂਕਿ ਅਸੀਂ ਐਜ਼ ਅ ਸੋਸ਼ਲ ਐਨੀਮਲ ਫਿਜ਼ੀਕਲ ਟੱਚ ਬਹੁਤ ਜ਼ਰੂਰੀ ਹੈ। Yes. ਤੇ ਇੱਕ ਹੁੰਦੀ ਹੈ ਐਕਟਸ ਆਫ ਸਰਵਿਸ। ਮੈਨੂੰ ਦੱਸੋ ਨਾ ਕਿ ਮੇਰਾ ਖਾਣਾ ਵਧੀਆ ਆ, ਮੈਂ ਖਾਣਾ ਬਣਾਇਆ, ਤੁਸੀਂ ਬਰਤਨ ਕਰ ਦਿਓ, Okay. ਰਾਈਟ? ਉਹ ਹੁੰਦੀ ਐਕਟਸ ਆਫ ਸਰਵਿਸ। ਮੇਰੀ ਗੱਡੀ ਖਰਾਬ ਹੈ, ਤੁਸੀਂ ਮੇਰੀ ਗੱਡੀ ਠੀਕ ਕਰਾ ਦਿਓ। ਉਹ ਮੇਰੇ ਲਈ ਉਹ ਚੀਜ਼ ਇੰਪੋਰਟੈਂਟ ਹੈ, ਕਿਉਂਕਿ ਮੇਰੀ ਲਵ ਲੈਂਗੁਏਜ ਹੈ ਐਕਟਸ ਆਫ ਸਰਵਿਸ। ਤੇ ਕਈ ਲੋਕਾਂ ਦੀ ਹੁੰਦੀ ਹੈ ਰਿਸੀਵਿੰਗ ਗਿਫਟਸ, ਰਾਈਟ? ਗੱਡੀ ਮੈਂ ਆਪ ਠੀਕ ਕਰਾ ਲੂੰਗੀ, ਘਰ ਦਾ ਕੰਮ ਮੈਂ ਆਪ ਕਰ ਲੂੰਗੀ, ਪਰ ਮੇਰੇ ਲਈ ਨਿੱਕੀ ਨਿੱਕੀ ਚੀਜ਼ਾਂ ਕਰੋ। ਮੈਂ ਘਰ ਆਨੀ ਹਾਂ, ਮੈਂ ਥੱਕੀ ਹੋਈ ਹਾਂ, ਮੈਨੂੰ ਚਾਹ ਬਣਾ ਕੇ ਦੇ ਦਿਓ, ਰਾਈਟ? ਦੈਟ ਇਜ਼ ਅ ਗਿਫਟ ਫॉर ਮੀ। ਔਰ ਰਿਸੀਵਿੰਗ ਗਿਫਟਸ ਵੀ ਇੱਕ ਤਰ੍ਹਾਂ ਦੀ ਨਾਟ ਦੂਜੇ ਗਿਫਟਸ। ਨਹੀਂ, ਗਿਫਟ ਤਾਂ ਜਿੱਦਾਂ ਮਟੀਰੀਅਲਿਸਟਿਕ ਵੀ ਹੋ ਸਕਦੇ ਨੇ, ਪਰ ਦੂਜੇ ਵੀ ਹੋ ਸਕਦੇ ਨੇ, ਰਾਈਟ? ਬਟ ਹਰ ਬੰਦਾ ਡਿਫਰੈਂਟ ਆ, ਉਹਨਾਂ ਦੀ ਪਰਸਨੈਲਿਟੀ ਡਿਫਰੈਂਟ ਆ, ਉਹਨਾਂ ਨੂੰ ਕਿਹੜੀ ਚੀਜ਼ਾਂ ਪਸੰਦ ਨੇ ਉਹ ਡਿਫਰੈਂਟ ਨੇ। ਹੁਣ ਆ 5 ਲੈਂਗੁਏਜਸ ਤਾਂ ਹੋ ਗਈਆਂ, ਪਰ ਕਮਿਊਨੀਕੇਸ਼ਨ ਗੈਪ ਹੁੰਦਾ ਆ ਕਿ ਜੇ ਮੇਰੀ ਲਵ ਲੈਂਗੁਏਜ ਐਕਟਸ ਆਫ ਸਰਵਿਸ ਹੈ, ਮੈਂ ਸਾਰੇ ਘਰ ਦੇ ਕੰਮ ਕਰਨੇ, ਮੇਰਾ ਪਰਪਸ ਤੁਹਾਨੂੰ ਸ਼ੋਅ ਕਰਨਾ ਕਿ ਮੈਂ ਤੁਹਾਡੀ ਕੇਅਰ ਕਰਦੀ ਹਾਂ ਕਿਉਂਕਿ ਮੈਂ ਘਰ ਦਾ ਮੈਨੇਜ ਕਰ ਰਹੀ ਹਾਂ। ਪਰ ਜੇ ਮੇਰੇ ਪਾਰਟਨਰ ਦਾ ਜਾਂ ਫਿਜ਼ੀਕਲ ਟੱਚ ਉਹ ਮੈਨੂੰ ਹੱਗ ਕਰਦੇ ਨੇ, ਉਹ ਉਹਨਾਂ ਦੇ ਮੁਤਾਬਕ ਉਹਨਾਂ ਦੀ ਲਵ ਲੈਂਗੁਏਜ ਆ। ਬਟ ਡਿਸਕਨੈਕਟ ਹੁੰਦਾ ਹੈ ਜਦ ਅਸੀਂ ਆਪਣੇ ਲਵ ਲੈਂਗੁਏਜ 'ਚ ਕਮਿਊਨੀਕੇਟ ਕਰ ਰਹੇ ਹਾਂ, ਆ ਨਹੀਂ ਪਤਾ ਕਿ ਦੂਜੇ ਦੀ ਲਵ ਲੈਂਗੁਏਜ ਕੀ ਹੈ, ਰਾਈਟ? ਤੇ ਜੇ ਉਹਨਾਂ ਨੂੰ ਪਸੰਦ ਆ ਕੋਈ ਗਿਫਟ ਪਸੰਦ ਆ ਉਹਨਾਂ ਦੀ ਲਵ ਲੈਂਗੁਏਜ, ਤੇ ਮੈਨੂੰ ਚਾਹੀਦਾ ਕਿ ਮੈਂ ਉਹਨਾਂ ਨੂੰ ਇੱਕ ਗਿਫਟ ਦੇਵਾਂ, ਰਾਈਟ? ਤੇ ਜੇ ਉਹਨਾਂ ਦੀ ਲਵ ਲੈਂਗੁਏਜ ਹੈ ਕੁਆਲਿਟੀ ਟਾਈਮ, ਉਹਨਾਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕੀਤਾ ਜਾਵੇ। ਹਾਂਜੀ, ਜੇ ਕਿਤੇ ਪਿਆਰ ਫੇਡ ਹੋ ਰਿਹਾ ਹੈ ਨਾ, ਉਹਨੂੰ ਕਿਵੇਂ ਰਿਵਾਈਵ ਕੀਤਾ ਜਾਏ? ਤੁਸੀਂ ਲਵ ਲੈਂਗੁਏਜਸ ਦਾ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਕਿ ਐਫਰਮੇਸ਼ਨ ਹੈਗੀ ਹੈ, ਕੁਆਲਿਟੀ ਟਾਈਮ। ਮੈਨੂੰ ਲੱਗਦਾ ਇਹਦੇ 'ਚੋਂ ਕਈ ਚੀਜ਼ਾਂ ਤਾਂ ਜਿਵੇਂ ਗਿਫਟ ਦੀ ਆਪਾਂ ਗੱਲ ਕਰਦੇ ਹਾਂ, ਜਾਂ ਅਟੈਂਸ਼ਨ ਕਿਸੇ ਨੂੰ ਦੇਣੀ, ਫਿਜ਼ੀਕਲ ਟੱਚ, ਇਹ ਚੀਜ਼ਾਂ ਤਾਂ ਫਿਰ ਵੀ ਰਿਸ਼ਤਿਆਂ 'ਚ ਹੋ ਜਾਂਦੀਆਂ ਨੇ, ਲੇਕਿਨ ਕੁਆਲਿਟੀ ਟਾਈਮ ਸਪੈਂਡ ਕਰਨਾ ਤੇ ਐਫਰਮੇਸ਼ਨ ਦੀ ਤੁਸੀਂ ਗੱਲ ਕੀਤੀ, ਉਹ ਕਿਤੇ ਨਾ ਕਿਤੇ ਮਿਸਿੰਗ ਹੁੰਦੀਆਂ ਨੇ। ਜਦੋਂ ਮਿਸ ਹੋ ਰਹੀਆਂ ਨੇ ਇਹ ਚੀਜ਼ਾਂ, ਜਦੋਂ ਰਿਸ਼ਤਿਆਂ ਦੇ ਵਿੱਚ ਸਾਨੂੰ ਲੱਗਦਾ ਵੀ ਪਿਆਰ ਹੁਣ ਉਹ ਨਹੀਂ ਰਿਹਾ ਜਿਹੜਾ ਮੈਂ ਸਟਾਰਟ ਕੀਤਾ ਸੀਗਾ, ਕੀ ਕੀਤਾ ਜਾਏ ਉਸ ਸਿਚੁਏਸ਼ਨ 'ਚ? ਹਾਂਜੀ, ਤੁਸੀਂ ਵਧੀਆ ਗੱਲ ਕੀਤੀ ਕਿ ਵੀ ਐਫਰਮੇਸ਼ਨ ਦੀ ਆਪਾਂ ਗੱਲ ਕਰੀਏ। ਕਈ ਵਾਰੀ ਹੁੰਦਾ ਹੈ ਕਿ ਵੀ ਮੈਂ ਦੂਜੇ ਬੰਦੇ ਨੂੰ ਪਿਆਰ ਕਰਦਾ ਹਾਂ ਜਾਂ ਕਰਦੀ ਹਾਂ, ਉਹਨਾਂ ਨੂੰ ਪਤਾ ਆ ਪਰ ਬੰਦਾ ਭੁੱਲ ਜਾਂਦਾ ਆ, ਰਾਈਟ? ਤੇ ਉਸ ਗੱਲ ਨੂੰ ਬਾਰ-ਬਾਰ ਇਜ਼ਹਾਰ ਕਰਨਾ ਜ਼ਰੂਰੀ ਹੈ। ਤੇ ਟਾਈਮ ਦੀ ਆਪਾਂ ਗੱਲ ਕਰੀਏ ਤੇ ਟਾਈਮ ਤੇ ਜੀ ਕੱਢਣਾ ਪੈਂਦਾ ਆ ਆਪਣੇ ਆਪ, ਕਿਉਂਕਿ ਲਾਈਫ ਬਿਜ਼ੀ ਹੈ। ਹਾਂ, ਤੇ ਪਲੈਨਿੰਗ ਕਰਨੀ ਪੈਂਦੀ ਹੈ। ਤੇ ਨਿੱਕੀ ਨਿੱਕੀ ਚੀਜ਼ਾਂ ਕਰ ਸਕਦੇ ਹਾਂ, ਜਿੱਦਾਂ ਆਪਾਂ ਕੋਈ ਵੀਕਲੀ ਡੇਟ ਤੇ ਜਾਈਏ, ਰਾਈਟ? ਜਾਂ ਫੈਮਿਲੀ ਟਾਈਮ ਲਈ ਆਪਾਂ ਇੱਕ ਦੂਜੇ ਨਾਲ ਬੋਰਡ ਗੇਮਸ ਖੇਡੀਏ, ਬੱਚਿਆਂ ਨੂੰ ਇਨਵੋਲਵ ਕਰ ਲਈਏ, ਜਾਂ ਇੰਗੇਜ ਹੋਈਏ ਇੱਕ ਦੂਜੇ ਨਾਲ ਐਕਟੀਵਿਟੀਜ਼ ਦੇ ਥਰੂ। ਹਾਈਕਿੰਗ ਤੇ ਜਾਈਏ, ਯੋਗਾ ਕਲਾਸ ਇਕੱਠੇ ਲਈਏ, ਪਿਕਨਿਕ ਕਰ ਲਈਏ ਪਾਰਕ 'ਚ, ਰਾਈਟ? ਪਰ ਉਹਨੂੰ ਪਲਾਨ ਕਰਨਾ, ਫਿਰ ਡੇਟ ਸੈੱਟ ਕਰੀਏ, ਰਾਈਟ? ਆਪਾਂ ਕਹਿ ਸਕਦੇ ਹਾਂ ਕਿ ਹਾਂ ਆਪਾਂ ਟਾਈਮ ਇਕੱਠੇ ਸਪੈਂਡ ਕਰਨਾ ਆ, ਪਰ ਕਿਹੜੀ ਡੇਟ ਨੂੰ, ਕਿਸ ਵੇਲੇ ਸਾਡੇ ਸਕੈਜੂਲ ਮੈਚ ਕਰਦੇ ਨੇ, ਉੱਥੇ ਪਲੈਨਿੰਗ ਬਹੁਤ ਹੀ ਜ਼ਰੂਰੀ ਹੈ। ਤੇ ਜਦ ਸਾਡੀ ਅਟੈਂਸ਼ਨ ਦੂਜੀ ਚੀਜ਼ਾਂ 'ਤੇ ਹੁੰਦੀਆਂ ਨੇ, ਜਿੱਦਾਂ ਕੰਮ ਆ, ਸਟ੍ਰੈਸ ਆ, ਆਪਾਂ ਕਹਿੰਦੇ ਹਾਂ ਟਾਈਮ ਸਪੈਂਡ ਕਰਨਾ ਆ, ਪਰ ਉਹ ਪਲੈਨਿੰਗ ਨਹੀਂ ਹੁੰਦੀ, ਰਾਈਟ? ਜਾਂ ਦੂਜੇ ਬੰਦੇ ਤਾਂ ਆਪਾਂ ਪਾ ਦੇਈਦੇ ਕਿ ਵੀ ਤੁਸੀਂ ਪਲਾਨ ਕਰੋ ਫਿਰ ਮੈਨੂੰ ਦੱਸ ਦਿਓ, ਰਾਈਟ? ਫਿਰ ਵੀ ਸ਼ੁੱਡ ਟੇਕ ਟਰਨਸ ਕਿ ਇੱਕ ਵਾਰੀ ਤੁਸੀਂ ਪਲਾਨ ਕਰੋ, ਇੱਕ ਵਾਰੀ ਮੈਂ ਪਲਾਨ ਕਰਾਂ, ਇੱਕ ਵਾਰੀ ਅਸੀਂ ਉਹ ਚੀਜ਼ਾਂ ਕਰੀਏ ਜਿਹੜੀ ਤੁਹਾਨੂੰ ਪਸੰਦ ਨੇ, ਇੱਕ ਵਾਰੀ ਉਹ ਚੀਜ਼ਾਂ ਕਰੀਏ ਜਿਹੜੀ ਮੈਨੂੰ ਪਸੰਦ ਨੇ, ਰਾਈਟ? ਥੋੜ੍ਹਾ ਇੱਦਾਂ। ਤੇ ਕਈ ਵਾਰੀ ਹੁੰਦਾ ਹੈ ਕਿ ਅਸੀਂ ਆਪਣਾ ਸਾਰਾ ਟਾਈਮ ਦੂਜਿਆਂ ਨੂੰ ਦੇ ਦਿੰਦੇ ਹਾਂ। ਅਸੀਂ ਜਾਂਦੇ ਹਾਂ ਇਕੱਠੇ ਪਾਰਟੀਜ਼ 'ਤੇ, ਵੈਡਿੰਗਸ 'ਤੇ, ਬਰਥਡੇਜ਼ 'ਤੇ, ਪਰ ਆਪਾਂ ਇੱਕ ਦੂਜੇ ਨਾਲ ਨਹੀਂ ਕਨੈਕਟ ਹੋ ਰਹੇ, ਅਸੀਂ ਐਕਸਟਰਨਲ ਵਰਲਡ ਨਾਲ ਕਨੈਕਟ ਹੋ ਰਹੇ ਹਾਂ, ਰਾਈਟ? ਤੇ ਪਰ ਜਿੱਦਾਂ ਆਪਾਂ ਕਿਤੇ ਵੀ ਜਾਂਦੇ ਹਾਂ, ਉੱਥੇ ਆਪਣੇ ਪਾਰਟਨਰ ਨਾਲ ਵੀ ਕਨੈਕਟ ਹੋਈਏ, ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਦਾ ਰਿਐਕਸ਼ਨ ਦੇਖੀਏ, ਉਹਨਾਂ ਦੀ ਕੀ ਵਾਂਟਸ ਨੇ, ਨੀਡਸ ਨੇ, ਉਹਨਾਂ 'ਤੇ ਵੀ ਫੋਕਸ ਕਰੀਏ। ਜੀ ਵਾਂਟਸ ਤੇ ਨੀਡ ਦੀ ਤੁਸੀਂ ਗੱਲ ਕੀਤੀ ਹੈ, ਇਹਦੇ 'ਤੇ ਵੀ ਇੱਕ ਪੂਰਾ ਚੈਪਟਰ ਲਿਖਿਆ ਜਾ ਸਕਦਾ ਦਿੱਤੀ, ਕਿਉਂਕਿ ਇਹੀ ਸਾਨੂੰ ਪਤਾ ਨਹੀਂ ਕਿ ਅਸੀਂ ਚਾਹੁੰਦੇ ਕੀ ਹਾਂ, ਸਾਡੀਆਂ ਜ਼ਰੂਰਤਾਂ ਕੀ ਹੈਗੀਆਂ। ਔਰ ਕੁਆਲਿਟੀ ਟਾਈਮ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਕਈ ਵਾਰੀ ਬਹੁਤ ਸਾਰੀ ਫੈਮਲੀਜ਼ ਦੇ ਵਿੱਚ ਇੱਦਾਂ ਲੱਗਦਾ ਹੁੰਦਾ ਵੀ ਇਕੱਠੇ ਤਾਂ ਰਹਿ ਰਹੇ ਹਾਂ, ਇਹ ਟਾਈਮ ਸਪੈਂਡ ਹੀ ਕਰ ਰਹੇ ਹਾਂ। ਕੁਆਲਿਟੀ ਟਾਈਮ ਫਿਰ ਆਪਾਂ ਕਿਹਨੂੰ ਕਹਿੰਦੇ ਹਾਂ? ਕੁਆਲਿਟੀ ਟਾਈਮ ਹੁੰਦਾ ਆ ਜਦ ਅਸੀਂ ਦੂਜੇ 'ਤੇ ਆਪਣੀ ਅਟੈਂਸ਼ਨ ਦੇ ਰਹੇ ਹਾਂ। ਦੇਖੋ, ਆਪਾਂ ਕਿਸੇ ਦੇ ਨਾਲ ਹੁੰਦੇ ਆ ਪਰ ਸਾਡੀ ਅਟੈਂਸ਼ਨ ਕਿਤੇ ਹੋਰ ਹੁੰਦੀ ਹੈ, ਰਾਈਟ? ਅਸੀਂ ਫੋਨ ਵੱਲ ਦੇਖ ਰਹੇ ਹਾਂ, ਜਾਂ ਅਸੀਂ ਫੋਕਸ ਕਰ ਰਹੇ ਹਾਂ ਵੀ ਵਰਕ ਆ, ਡੈਡਲਾਈਨ ਆ, ਪ੍ਰੈਜੈਂਟੇਸ਼ਨ ਆ, ਧਿਆਨ ਕਿਤੇ ਹੋ ਰਿਹਾ। ਮੈਂ ਤੁਹਾਨੂੰ ਸੁਣ ਰਹੀ ਹਾਂ ਪਰ ਮੈਂ ਪੇ ਅਟੈਂਸ਼ਨ ਨਹੀਂ ਕਰ ਰਹੀ, ਰਾਈਟ? ਤੇ ਉਹ ਅਟੈਂਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਇਸ ਲਈ ਕਈ ਵਾਰੀ ਫੀਡਬੈਕ, ਮੈਂ ਕੀ ਕਿਹਾ ਤੁਸੀਂ ਸੁਣਿਆ? ਜੇ ਬੰਦਾ ਕਹਿੰਦਾ ਹਾਂ ਮੈਂ ਸੁਣ ਰਿਹਾ ਆ, ਪਰ ਕੀ ਸੁਣਿਆ, ਮੈਂ ਕੀ ਕਿਹਾ, ਰਾਈਟ? ਉਹ ਬਹੁਤ ਜ਼ਰੂਰੀ ਹੈ ਕਿ ਇੱਕ ਦੂਜੇ ਨੂੰ ਫੀਡਬੈਕ ਦਈਏ। ਤੇ ਇਮੋਸ਼ਨਲ ਅਟਿਊਨਮੈਂਟ ਚਾਹੀਦੀ ਹੈ ਕਿ ਤੁਸੀਂ ਕੀ ਫੀਲ ਕਰ ਰਹੇ ਹੋ, ਤੁਸੀਂ ਸੈਡ ਹੋ, ਹੈਪੀ ਹੋ, ਗਿਲਟੀ ਹੋ,
ਕਿਸ ਚੀਜ਼ ਦਾ ਤੁਹਾਨੂੰ ਸਟ੍ਰੈਸ ਹੈ, ਤੁਸੀਂ ਅੰਦਰ ਕੀ ਮਹਿਸੂਸ ਕਰ ਰਹੇ ਹੋ, ਰਾਈਟ। ਤੇ ਕੀ ਹੁੰਦਾ ਆ ਕਿ ਜਦ ਅਸੀਂ ਗੱਲਬਾਤ ਨਹੀਂ ਕਰਦੇ, ਰਿਜ਼ੈਂਟਮੈਂਟ ਵਧਣੀ ਸ਼ੁਰੂ ਹੋ ਜਾਂਦੀ ਹੈ। ਜਦ ਰਿਜ਼ੈਂਟਮੈਂਟ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਇੰਟਰਨਲੀ ਇੱਕ ਮੈਸੇਜ ਸਾਨੂੰ ਮਿਲਦਾ ਹੈ ਕਿ ਵੀ ਮੇਰਾ ਪਾਰਟਨਰ ਮੇਰੀ ਕੇਅਰ ਨਹੀਂ ਕਰਦਾ, ਰਾਈਟ, ਜਾਂ ਇਹ ਤਾਂ ਇੱਦਾਂ ਹੀ ਨੇ, ਰਾਈਟ। ਪਰ ਉਹ ਚੀਜ਼ ਨੂੰ ਬਦਲਿਆ ਜਾ ਸਕਦਾ ਹੈ ਜੇ ਅਸੀਂ ਓਪਨਲੀ ਕਮਿਊਨੀਕੇਟ ਕਰੀਏ। ਅਦਿਤੀ, ਆਪਾਂ ਗੱਲ ਕਰ ਰਹੇ ਸੀ, ਜੇ ਇੱਕ ਬੰਦੇ ਨੇ ਦੱਸ ਦਿੱਤਾ ਕਿ ਮੈਨੂੰ ਆ ਚਾਹੀਦਾ ਹੈ, ਉਹਨੇ ਕਮਿਊਨੀਕੇਟ ਕਰ ਲਿਆ, ਲੇਕਿਨ ਦੂਜਾ ਬੰਦਾ, ਕਈ ਵਾਰੀ ਈਗੋ ਇਸ਼ੂਜ਼ ਹੁੰਦੇ ਨੇ, ਕਈ ਵਾਰੀ ਐਟੀਟਿਊਡ ਹੀ ਇੰਨਾ ਹੁੰਦਾ ਹੈ, ਉਹ ਸੁਣਨ ਨੂੰ ਤਿਆਰ ਨਹੀਂ ਹੈਗਾ। ਐਸੀ ਸਿਚੁਏਸ਼ਨ 'ਚ ਕੀ ਕੀਤਾ ਜਾਏ? ਦੇਖੋ ਜੀ, ਜੇ ਆਪਾਂ ਕਮਿਊਨੀਕੇਟ ਕੀਤਾ, ਦੂਜੇ ਬੰਦੇ ਨੇ ਸੁਣਿਆ ਨਹੀਂ, ਤੇ ਸਾਨੂੰ ਆਪਣੀ ਥੋੜ੍ਹੀ ਜਿਹੀ ਸਟ੍ਰੈਟਜੀ ਚੇਂਜ ਕਰਨ ਦੀ ਲੋੜ ਆ। ਤੁਸੀਂ ਕਿਸ ਤਰ੍ਹਾਂ ਕਮਿਊਨੀਕੇਟ ਕੀਤਾ, ਰਾਈਟ। ਜੇ ਤੁਸੀਂ ਕਮਿਊਨੀਕੇਟ ਕੀਤਾ ਗੁੱਸੇ 'ਚ ਤੇ ਦੂਜੇ ਬੰਦੇ ਨੇ ਹੋ ਜਾਣਾ ਡਿਫੈਂਸਿਵ, ਰਾਈਟ। ਤੇ ਇਟਸ ਨਾਟ ਓਨਲੀ ਕਿ ਅਸੀਂ ਕੀ ਕਹਿੰਦੇ ਆ, ਪਰ ਕਿਸ ਤਰ੍ਹਾਂ ਕਹਿੰਦੇ ਆ, ਰਾਈਟ। ਤੇ ਫਿਰ ਦੂਜੀ ਗੱਲ ਹੈ ਕਿ ਸਾਨੂੰ ਪਤਾ ਹੈ ਕਿ ਦੂਜੇ ਦੀ ਲਵ ਲੈਂਗੁਏਜ ਕਿਹੜੀ ਹੈ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਹਾਂ, ਅਸੀਂ ਫੋਕਸ ਕਰ ਰਹੇ ਹਾਂ ਕਿ ਦੂਜਾ ਬੰਦਾ ਕੀ ਨਹੀਂ ਕਰਦਾ, ਪਰ ਅਸੀਂ ਉਸ ਚੀਜ਼ ਨੂੰ ਹਾਈਲਾਈਟ ਕਰੀਏ ਕਿ ਵੀ ਸਾਡੇ ਲਈ ਉਹ ਕੀ ਕਰ ਰਹੇ ਨੇ, ਰਾਈਟ। ਤੇ ਕਈ ਵਾਰੀ ਉਹਨਾਂ ਦੀ ਲਵ ਲੈਂਗੁਏਜ ਡਿਫਰੈਂਟ ਹੁੰਦੀ ਹੈ। ਮੈਨੂੰ ਚਾਹੀਦਾ ਕਿ ਤੁਸੀਂ ਮੇਰੇ ਨਾਲ ਘਰ ਵਿੱਚ ਹੱਥ ਵਟਾਓ, ਰਾਈਟ, ਕਿਉਂਕਿ ਮੈਨੂੰ ਐਕਟਸ ਆਫ ਸਰਵਿਸ ਪਸੰਦ ਨੇ। ਪਰ ਤੁਹਾਡਾ ਆ ਕੁਆਲਿਟੀ ਟਾਈਮ, ਤੁਸੀਂ ਕਹਿੰਦੇ ਹੋ ਕਿ ਕੰਮ ਤਾਂ ਹੋ ਜਾਣਗੇ ਬਾਅਦ 'ਚ, ਤੂੰ ਮੇਰੇ ਨਾਲ ਆ ਕੇ ਬਹਿ ਤੇ ਗੱਲ ਕਰ, ਰਾਈਟ। ਹੁਣ ਦੋ ਡਿਫਰੈਂਟ ਲੈਂਗੁਏਜਿਸ ਵਿੱਚ ਅਸੀਂ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਵੀ ਹੈਵ ਟੂ ਬੀ ਔਨ ਦ ਸੇਮ ਪੇਜ, ਰਾਈਟ। ਇੱਕ ਤਾਂ ਸੇਮ ਪੇਜ 'ਤੇ ਹੋਈਏ, ਫਿਰ ਦੂਜਾ ਆਪਾਂ ਕਿਸ ਤਰ੍ਹਾਂ ਗੱਲ ਕਰ ਰਹੇ ਹਾਂ ਤਾਂ ਕਿ ਦੂਜਾ ਬੰਦਾ ਬੜੇ ਵਲਨਰੇਬਲ ਪਲੇਸ 'ਚ ਜਾ ਕੇ ਓਪਨ ਹੋਵੇ, ਦੈਟ ਇਜ਼ ਇੰਪੋਰਟੈਂਟ। ਕਿਉਂਕਿ ਜੇ ਆਪਾਂ ਕਮਿਊਨੀਕੇਟ ਗੁੱਸੇ 'ਚ ਕਰਦੇ ਹਾਂ ਜਾਂ ਆਪਾਂ ਰਿਜ਼ੈਂਟਫੁੱਲ ਹਾਂ, ਕੋਈ ਪੁਰਾਣੀ ਗੱਲਾਂ ਅਸੀਂ ਫੜ ਕੇ ਬੈਠੇ ਹਾਂ, ਉਹਨਾਂ ਨੂੰ ਰਿਜ਼ੋਲਵ ਕਰਨ ਲਈ ਵੀ ਹੈਵ ਟੂ ਕਮ ਫਰੋਮ ਅ ਵੈਰੀ ਜਿੱਦਾਂ ਓਪਨ ਮਾਈਂਡਡਨੈਸ ਦੇ ਨਾਲ, ਵੈਰੀ ਵਲਨਰੇਬਲ ਪਲੇਸ ਦੇ ਨਾਲ, ਕਿ ਆਪਾਂ ਦੁੱਖ ਸੁੱਖ ਬਹਿ ਕੇ ਖੋਲੀਏ, ਗੱਲ ਕਰੀਏ। ਪਰ ਅਦਿਤੀ, ਇੰਨਾ ਸੌਖਾ ਤਾਂ ਨਹੀਂ ਹੁੰਦਾ ਪੁਰਾਣੀਆਂ ਗੱਲਾਂ ਨੂੰ ਭੁੱਲਣਾ। ਬਿਲਕੁਲ ਨਹੀਂ ਹੁੰਦਾ ਸੌਖਾ। ਤੇ ਜਦ ਉਹ ਗੱਲਾਂ ਰਿਜ਼ੋਲਵ ਨਹੀਂ ਹੁੰਦੀਆਂ, ਉਹ ਸਾਰੀਆਂ ਇਕੱਠੀਆਂ ਹੋ ਕੇ ਇੱਕ ਰਿਜ਼ੈਂਟਮੈਂਟ, ਗਿਲਟ, ਅਬੈਂਡਨਮੈਂਟ, ਬਿਟਰੇਲ, ਇੱਦਾਂ ਦੇ ਇਸ਼ੂਜ਼ ਨੂੰ ਫਿਰ ਕ੍ਰੀਏਟ ਕਰਦੀਆਂ ਨੇ। ਤੇ ਇੱਕ ਸਾਨੂੰ ਚਾਹੀਦਾ ਕਿ ਆਪਾਂ ਫੀਡਬੈਕ ਮੰਗੀਏ ਦੂਜੇ ਬੰਦੇ ਤੋਂ, ਰਾਈਟ। ਜੇ ਤੁਹਾਨੂੰ ਲੱਗਦਾ ਕਿ ਮੈਂ ਤਾਂ ਕਮਿਊਨੀਕੇਟ ਕਰ ਰਿਹਾ ਹਾਂ, ਮੈਂ ਆਪਣੇ ਪਾਰਟਨਰ ਦੀ ਕੇਅਰ ਕਰਦਾ ਹਾਂ, ਤੇ ਕਹਿੰਦੀ ਹੈ ਕਿ ਮੈਂ ਤੁਸੀਂ ਕੇਅਰ ਨਹੀਂ ਕਰਦੇ, ਤੇ ਮੈਂ ਉਹ ਤੋਂ ਪੁੱਛਾਂ ਕਿ ਵੀ ਤੈਨੂੰ ਮੈਂ ਕਿਸ ਤਰ੍ਹਾਂ ਸ਼ੋ ਕਰਾਂ ਕਿ ਮੈਂ ਕੇਅਰ ਕਰਦਾ ਹਾਂ। ਤੇ ਇੱਕ ਤਾਂ ਮੈਂ ਫੀਡਬੈਕ ਲਈ ਓਪਨ ਆ, ਬੰਦਾ ਫੀਡਬੈਕ ਲਈ ਓਪਨ ਆ। ਦੂਜਾ, ਆਪਾਂ ਪਾਰਟਨਰਸ ਨੂੰ ਐਪਰੀਸ਼ੀਏਟ ਕਰੀਏ, ਰਾਈਟ। ਆਪਾਂ ਕੰਪਲੇਨ ਕਰਦੇ ਹਾਂ, ਆਪਾਂ ਨੈਗਿੰਗ ਬਣ ਜਾਂਦੇ ਹਾਂ, ਪਰ ਆਪਾਂ ਗ੍ਰੈਟੀਟਿਊਡ ਸ਼ੋ ਕਰ ਰਹੇ ਹਾਂ, ਆਪਾਂ ਥੈਂਕਫੁਲ ਹਾਂ ਕਿ ਜਿਹੜੇ ਟ੍ਰੇਟਸ ਦੂਜਾ ਪਾਰਟਨਰ ਰਿਲੇਸ਼ਨਸ਼ਿਪ 'ਚ ਲੈ ਕੇ ਆ ਰਿਹਾ ਆ, ਜਿੱਦਾਂ ਸੇਫਟੀ, ਸਿਕਿਉਰਿਟੀ, ਓਨੈਸਟੀ, ਉਹ ਚੀਜ਼ਾਂ ਹੈਗੀਆਂ ਨੇ, ਰਾਈਟ। ਉਹਨਾਂ ਨੂੰ ਵੀ ਹਾਈਲਾਈਟ ਕੀਤਾ ਜਾਵੇ, ਦੂਜੇ ਨੂੰ ਐਪਰੀਸ਼ੀਏਟ ਕੀਤਾ ਜਾਵੇ, ਦੈਟ ਇਜ਼ ਵੈਰੀ ਇੰਪੋਰਟੈਂਟ। ਤੇ ਇਸ ਲਈ ਜਿੱਦਾਂ ਆਪਾਂ ਕਮਿਊਨੀਕੇਟ ਕਰਦੇ ਹਾਂ, ਆਪਾਂ ਕ੍ਰਿਟਿਸਾਈਜ਼ ਦੀ ਬਜਾਏ ਤੁਸੀਂ ਦੋ ਚੀਜ਼ਾਂ ਵਧੀਆ ਕਰ ਰਹੇ ਹੋ, ਉਹਨਾਂ ਨੂੰ ਹਾਈਲਾਈਟ ਕਰੋ, ਫਿਰ ਦੱਸੋ ਕਿ ਵੀ ਪਰ ਆਹ ਜਿਹੜੀ ਚੀਜ਼ ਹੈ ਨਾ, ਜੇ ਆਪਾਂ ਆਹ ਚੇਂਜ ਕਰ ਦਈਏ ਤੇ ਸਾਡਾ ਰਿਸ਼ਤਾ ਹੋਰ ਵੀ ਮਿੱਠਾ ਹੋ ਜਾਏਗਾ। ਜੀ ਅਦਿਤੀ, ਅਕਸਰ ਦੇਖਿਆ ਜਾਂਦਾ ਹੈ, ਔਰ ਤੁਸੀਂ ਵੀ ਕਿਉਂਕਿ ਇਸ ਫੀਲਡ ਨਾਲ ਜੁੜੇ ਹੋ, ਜਦੋਂ ਰਿਸ਼ਤਾ ਸ਼ੁਰੂ ਹੁੰਦਾ ਨਾ, ਉਦੋਂ ਇਜ਼ਹਾਰ ਬੜਾ ਹੁੰਦਾ, ਪਿਆਰ ਦਾ ਇਜ਼ਹਾਰ ਸਾਰੇ ਕਰਦੇ ਨੇ, ਲੈਂਗੁਏਜ ਨਾਲ ਕਰਨ ਜਾਂ ਜੈਸਚਰਸ ਦੇ ਨਾਲ ਕਰਨ, ਗਿਫਟ ਦੇਣ ਦੀ ਤੁਸੀਂ ਗੱਲ ਕੀਤੀ ਸੀ, ਪਿਆਰ ਦਾ ਇਜ਼ਹਾਰ ਬਹੁਤ ਹੁੰਦਾ ਨਵੇਂ ਰਿਸ਼ਤੇ 'ਚ। ਪਰ ਜਿਵੇਂ ਜਿਵੇਂ ਕੁਝ ਸਾਲ ਬੀਤਦੇ ਜਾਂਦੇ ਨੇ, ਸਭ ਤੋਂ ਪਹਿਲਾਂ ਇਜ਼ਹਾਰ ਹੀ ਖਤਮ ਹੁੰਦਾ। ਇਹਦਾ ਕੀ ਰੀਜ਼ਨ ਹੈ ਇਜ਼ਹਾਰ ਦਾ ਖਤਮ ਹੋਣ ਦਾ? ਤੇ ਫਿਰ ਇਜ਼ਹਾਰ ਜ਼ਰੂਰੀ, ਕਿਉਂਕਿ ਹਰ ਬੰਦਾ ਚਾਹੁੰਦਾ ਹੁੰਦਾ ਹੈ ਕਿ ਇਜ਼ਹਾਰ ਤਾਂ ਹੋਵੇ ਦੂਜੇ ਪਾਸਿਓਂ, ਤੇ ਉਹੀ ਮਿਸਿੰਗ ਹੁੰਦਾ ਲਾਈਫ ਦੇ ਵਿੱਚੋਂ। ਮੈਨੂੰ ਲੱਗਦਾ ਆ ਕਿ ਜਿੱਦਾਂ ਆਪਾਂ ਪੈਟਰਨਸ ਵਿੱਚ ਸਟਕ ਹੋ ਜਾਂਦੇ ਆ, ਆਪਾਂ ਇੱਕ ਦੂਜੇ ਨੂੰ ਵੀ ਸਟਾਰਟ ਟੇਕਿੰਗ them for granted, ਰਾਈਟ। ਤੇ ਚਾਹੀਦਾ ਆ ਕਿ ਵੀ ਆਪਾਂ ਇੱਕ ਦੂਜੇ ਨੂੰ ਵੀ ਸ਼ੁੱਡ ਨਾਟ ਟੇਕ them for granted, ਤੇ ਆਪਾਂ ਐਪਰੀਸ਼ੀਏਟ ਕਰੀਏ, ਦੱਸੀਏ ਕਿ ਜਦ ਤੁਸੀਂ ਉਹ ਸੂਟ ਦਿੱਤਾ ਸੀਗਾ ਨਾ, ਬਹੁਤ ਵਧੀਆ ਸੀਗਾ, ਰਾਈਟ। ਕਿ ਪੁਰਾਣੀ ਚੀਜ਼ਾਂ ਜਿਹੜੀ ਹੈਪੀ ਮੈਮਰੀਜ਼ ਨੇ, ਉਹਨਾਂ ਨੂੰ ਦੁਬਾਰਾ ਹਾਈਲਾਈਟ ਕੀਤਾ ਜਾਵੇ, ਉਹਨਾਂ ਨੂੰ ਰੀਕ੍ਰੀਏਟ ਕੀਤਾ ਜਾਵੇ। ਸੋ ਇਜ਼ਹਾਰ ਜ਼ਰੂਰੀ ਹੈ। ਇਜ਼ਹਾਰ ਜ਼ਰੂਰੀ ਹੈ। ਪਹਿਲੇ ਕਿੱਦਾਂ ਇਜ਼ਹਾਰ ਹੁੰਦਾ ਸੀਗਾ, ਉਹਨਾਂ ਦੁਆਰਾ ਮੈਮਰੀਜ਼ ਨੂੰ ਰਿਵਾਈਵ ਕੀਤਾ ਜਾਵੇ, ਇੱਕ ਦੂਜੇ ਨੂੰ ਫੀਡਬੈਕ ਦਿੱਤੀ ਜਾਵੇ ਪੋਜ਼ਿਟਿਵ, ਨਾਟ ਓਨਲੀ ਨੈਗੇਟਿਵ। ਅੱਛਾ, ਹੁੰਦਾ ਕੀ ਹੈ ਕਿ ਇਜ਼ਹਾਰ ਤੁਸੀਂ ਕਹਿੰਦੇ ਹੋ ਕਿ ਪੁਰਾਣੀਆਂ ਮੈਮਰੀਜ਼ ਨੂੰ, ਜਿਵੇਂ ਤੁਸੀਂ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਜਿਹੜਾ ਤੁਸੀਂ ਮੈਨੂੰ ਉਦੋਂ ਗਿਫਟ ਦਿੱਤਾ ਸੀ ਨਾ, ਜਿਹੜਾ ਤੁਸੀਂ ਮੈਨੂੰ ਉਦੋਂ ਸੂਟ ਦਿੱਤਾ ਸੀ, ਕਾਰਡ ਦਿੱਤਾ ਸੀ, ਫਲਾਵਰਸ ਦਿੱਤੇ ਸੀ, ਉਹ ਬੜੇ ਵਧੀਆ ਸੀ। ਦੂਜੇ ਬੰਦੇ ਦਾ ਰਿਐਕਸ਼ਨ ਹੁੰਦਾ, ਉਹ ਪੁਰਾਣੀਆਂ ਗੱਲਾਂ ਸੀਗੀਆਂ, ਹੁਣ ਬਹੁਤ ਸਾਲ ਹੋ ਗਏ, ਹੁਣ ਉੱਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਪਰ
ਕਿਵੇਂ ਫਿਰ ਰਿਵਾਈਵ ਕੀਤਾ ਜਾ ਸਕਦਾ? ਮੈਨੂੰ ਲੱਗਦਾ ਕਿ ਆਪਾਂ ਨਾ ਰਿਲੇਸ਼ਨਸ਼ਿਪਸ ਦੇ ਆਰ ਲਾਈਕ ਵਰਕ, ਉਹਨਾਂ ਤੇ ਵਰਕ ਕਰਨਾ ਪੈਂਦਾ ਆ, ਕਿਉਂਕਿ ਜੇ ਵਰਕ ਨਾ ਕੀਤਾ ਜਾਵੇ ਹਰ ਚੀਜ਼ ਦੀ ਤਰ੍ਹਾਂ ਫਿਰ ਉੱਤੇ ਧੂਲ ਮਿੱਟੀ ਪੈ ਜਾਂਦੀ ਹੈ। ਉਸ ਧੂਲ ਮਿੱਟੀ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਪੁਰਾਣੀਆਂ ਗੱਲਾਂ ਸੀਗੀਆਂ, ਹੁਣ ਨਵੀਂ ਮੈਮਰੀਜ਼ ਕ੍ਰੀਏਟ ਕੀਤੀਆਂ ਜਾਵੇ, ਨਵੇਂ ਤਰੀਕੇ ਨਾਲ ਇੱਕ ਦੂਜੇ ਨਾਲ ਇੰਗੇਜ ਕੀਤਾ ਜਾਵੇ। ਕੋਰ ਵੈਲਿਊਜ਼ ਜਿਹੜੀਆਂ ਆਪਣੀਆਂ ਨੇ ਉਹ ਸੇਮ ਹੋਣੀਆਂ ਚਾਹੀਦੀਆਂ। ਸਾਡੇ ਲਈ ਕੀ ਇੰਪੋਰਟੈਂਟ ਹੈ, ਸਾਡੇ ਡ੍ਰੀਮਸ ਮੈਚ ਕਰਦੇ ਨੇ, ਸਾਡੇ ਲਾਈਫ ਗੋਲਸ ਮੈਚ ਕਰਦੇ ਨੇ। ਜੇ ਕੋਈ ਡਿਸਕਨੈਕਟ ਆ ਤੇ ਅਸੀਂ ਸੇਮ ਪੇਜ ਤੇ ਕਿੱਦਾਂ ਆਈਏ, ਇਸ ਬਾਰੇ ਆਪਾਂ ਗੱਲ ਕਰੀਏ ਇੱਕ ਦੂਜੇ ਨਾਲ। ਫਿਰ ਉਹ ਕੁਆਲਿਟੀ ਟਾਈਮ ਬਣ ਜਾਂਦਾ ਹੈ, ਕਿਉਂਕਿ ਅਸੀਂ ਇੰਪੋਰਟੈਂਟ ਮੁੱਦੇ ਤੇ ਗੱਲ ਕਰ ਰਹੇ ਹਾਂ ਰਾਦਰ ਕਿ ਵੀ ਬਿੱਲ ਪੇ ਕਰਨਾ ਆ, ਘਰ ਦੀ ਸਫਾਈ ਕਰਨੀ, ਜਿਹੜੇ ਐਵਰੀਡੇ ਮੈਟਰਸ ਨੇ ਉਹਨਾਂ ਤੋਂ ਹਟ ਕੇ ਗੱਲ ਕਰੀਏ, ਡੈਪਥ 'ਚ ਜਾਈਏ। ਅਦਿਤੀ ਜਸਰਾ ਤੋਂ ਜਾਣਾਂਗੇ ਕਿ ਸਕੂਨ ਨਾਲ ਰਿਸ਼ਤੇ ਜੀਣ ਵਾਸਤੇ ਅਦਿਤੀ ਸਾਡੇ ਸੁਣਨ ਵਾਲਿਆਂ ਨੂੰ ਜਿਨ੍ਹਾਂ ਦਾ ਪਿਆਰ ਫੇਡ ਹੋ ਰਿਹਾ, ਜਿਨ੍ਹਾਂ ਦੇ ਪਿਆਰ ਦੇ ਵਿੱਚ ਉਹ ਪਹਿਲਾਂ ਵਰਗੀ ਗਰਮਾਇਸ਼ ਨਹੀਂ ਰਹੀ, ਜਿਨ੍ਹਾਂ ਨੂੰ ਲੱਗਦਾ ਹੈ ਕਿ ਰਿਸ਼ਤੇ ਸ਼ੁਰੂ ਤਾਂ ਬੜੇ ਟਰਸਟ ਨਾਲ ਕੀਤੇ ਸੀਗੇ, ਬੜੇ ਵਿਸ਼ਵਾਸ ਨਾਲ ਕੀਤੇ ਸੀ, ਪਰ ਉਹ ਵਿਸ਼ਵਾਸ ਹੈ ਨਹੀਂ, ਕੀ ਹੋਮਵਰਕ ਅੱਜ ਦੇ ਕੇ ਜਾਣਾ ਚਾਹੁੰਦੇ ਉਹਨਾਂ ਨੂੰ? ਕੀ ਕਰਨ ਉਹ? ਹੋਮਵਰਕ ਤਾਂ ਕਾਫੀ ਕੁਝ ਮੈਂ ਦੇ ਸਕਦੀ ਹਾਂ, ਪਰ ਮੈਂ ਬੜੀ ਸਿੰਪਲ ਜੀ 2-4 ਟਿਪਸ ਦੇਵਾਂਗੀ। ਇੱਕ ਆਪਾਂ ਕਨਸੈਪਟ ਜਿਹੜਾ ਯੂਜ਼ ਕਰ ਰਹੇ ਹਾਂ ਉਹਨੂੰ ਕਹਿੰਦੇ ਨੇ ਆਰ ਯੂ ਦੇਅਰ ਫॉर ਮੀ, ਜਿਹਦਾ ਮਤਲਬ ਹੈ ਕਿ ਜਦ ਮੈਨੂੰ ਲੋੜ ਆ ਮੇਰਾ ਪਾਰਟਨਰ ਐਕਸੈਸਿਬਲ ਹੈਗਾ ਕਿ ਨਹੀਂ, ਉਹ ਰਿਸਪੌਂਸਿਵ ਹੈਗਾ ਕਿ ਨਹੀਂ, ਤੇ ਆਪਾਂ ਇੱਕ ਦੂਜੇ ਨਾਲ ਇੰਗੇਜ ਹੋ ਰਹੇ ਹਾਂ ਕਿ ਨਹੀਂ। ਤੇ ਜੇ ਇੰਗੇਜਮੈਂਟ ਦੀ ਗੱਲ ਕਰੀਏ, ਮੈਨੂੰ ਲੱਗਦਾ ਆ ਕਿ ਇੱਕ ਦੂਜੇ ਨਾਲ ਐਕਟੀਵਿਟੀਜ਼ ਕਰਨਾ ਬਹੁਤ ਜ਼ਰੂਰੀ ਨੇ। ਇਕੱਠੇ ਬਹਿ ਕੇ ਟੀਵੀ ਦੇਖਣਾ ਇੰਗੇਜਮੈਂਟ ਨਹੀਂ, ਕਿਉਂਕਿ ਤੁਹਾਡੀ ਅਟੈਂਸ਼ਨ ਕਿਸੇ ਹੋਰ ਪਾਸੇ ਹੈ। ਅੱਛਾ, ਇਹ ਬੜਾ ਹੁੰਦਾ ਵੀ ਟੀਵੀ ਦੇਖ ਰਹੇ ਹਾਂ ਅਸੀਂ, ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਾਂ, ਰਾਈਟ? ਹਾਂ, ਪਰ ਉਹ ਨਹੀਂ ਹੈਗਾ ਕੁਆਲਿਟੀ ਟਾਈਮ ਨਹੀਂ ਹੈਗਾ, ਕਿਉਂਕਿ ਤੁਹਾਡੀ ਅਟੈਂਸ਼ਨ ਕਿਤੇ ਹੋ ਰਿਹਾ। ਪਰ ਜੇ ਸਾਡੇ ਕਾਮਨ ਸ਼ੇਅਰਡ ਗੋਲਸ ਨੇ, ਜਿੱਦਾਂ ਆਪਾਂ ਦੋਨੋਂ ਹੀ ਘਰ ਨੂੰ ਸਾਫ਼ ਰੱਖਣਾ ਪਸੰਦ ਕਰਦੇ ਨੇ, ਤਾਂ ਅਸੀਂ ਇਕੱਠੇ ਕੋਈ ਹੋਮ ਇੰਪਰੂਵਮੈਂਟ ਪ੍ਰੋਜੈਕਟ ਕਰ ਲਈਏ, ਇਕੱਠੇ ਗਾਰਡਨਿੰਗ ਕਰ ਲਈਏ, ਇੱਕ ਦੂਜੇ ਨੂੰ ਰੀਅਸ਼ੋਰ ਕਰੀਏ ਕਿ ਵੀ ਆਈ ਸਟਿਲ ਕੇਅਰ ਫॉर ਯੂ, ਰਾਈਟ? ਕਦੀ ਆਊਟ ਆਫ ਦ ਬਲੂ ਇੱਕ ਦੂਜੇ ਨੂੰ ਸਰਪ੍ਰਾਈਜ਼ ਕਰੀਏ, ਰਾਈਟ? ਤੁਹਾਡੇ ਪਸੰਦ ਦਾ ਖਾਣਾ ਬਣਾਵਾ, ਚਾਹੇ ਕੋਈ ਓਕੇਸ਼ਨ ਨਹੀਂ ਹੈਗਾ, ਤੇ ਆਪਾਂ ਕਿਤੇ ਇਕੱਠੇ ਟਰੈਵਲਿੰਗ ਲਈ ਚਾਹੀਏ, ਕੋਈ ਯੋਗਾ ਕਲਾਸ, ਵਾਕਿੰਗ ਕਰੀਏ ਜਾਂ ਜਿਮ 'ਚ ਜਾਈਏ, ਇੱਕ ਦੂਜੇ ਨਾਲ ਜਿੱਦਾਂ ਪਹਿਲੇ ਜ਼ਮਾਨੇ 'ਚ ਅੰਤਾਕਸ਼ਰੀ ਖੇਡਦੇ ਸੀਗੇ, ਡਾਂਸ ਕਰਦੇ ਸੀਗੇ, ਉਹ ਹੀ ਮੈਮਰੀਜ਼ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰੀਏ। ਸੋ ਅੱਜ ਇਹੀ ਹੋਮਵਰਕ ਹੈ ਜੀ ਅਦਿਤੀ ਵੱਲੋਂ ਕਿ ਜੇ ਤੁਹਾਨੂੰ ਲੱਗਦਾ ਨਾ ਪਿਆਰ ਫੇਡ ਹੋ ਰਿਹਾ, ਤਾਂ ਜਿਹੜੀਆਂ ਅਦਿਤੀ ਨੇ ਟਿਪਸ ਦੱਸੀਆਂ, ਅਦਿਤੀ ਕੁਆਲਿਟੀ ਟਾਈਮ ਸਪੈਂਡ ਕਰਨਾ, ਆਈ ਥਿੰਕ ਨੰਬਰ 1 ਕਿ ਟਾਈਮ ਕੱਢਣਾ ਇੱਕ ਦੂਸਰੇ ਵਾਸਤੇ, ਅਟੈਂਸ਼ਨ ਦੇਣੀ ਉਹਨਾਂ ਨੂੰ ਤੇ ਰੀਅਸ਼ੋਰ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਕਹਿ ਦਿੰਦੇ ਹਾਂ ਟਾਈਮ ਹੈ ਨਹੀਂ, ਜਿਵੇਂ ਤੁਸੀਂ ਕਿਹਾ ਕਿ ਉਹ ਤਾਂ ਕੱਢਣਾ ਪੈਣਾ ਹੈ ਨਾ। ਤੁਸੀਂ ਕਿਵੇਂ ਕੱਢਦੇ ਹੋ, ਕਿਵੇਂ ਉਹਨੂੰ ਮੈਨੇਜ ਕਰਦੇ ਹੋ? ਇੱਕ ਦੂਜੇ ਦੇ ਨਾਲ ਵਾਕ 'ਤੇ ਜਾਣਾ, ਇੱਕ ਦੂਜੇ ਦੇ ਨਾਲ ਜਿਮ ਇਕੱਠੇ ਚਲੇ ਜਾਓ, ਨਹੀਂ ਤਾਂ ਅਕਸਰ ਸਾਡੀ ਕਮਿਊਨਿਟੀ 'ਚ ਹੁੰਦਾ ਵੀ ਹਸਬੈਂਡ ਜਾ ਰਹੇ ਨੇ ਜਾਂ ਵਾਈਫ ਜਾ ਰਹੀ ਹੈ, ਅਲੱਗ-ਅਲੱਗ ਜਾ ਰਹੇ ਨੇ, ਉਹੀ ਟਾਈਮ ਤੁਸੀਂ ਇਕੱਠੇ ਸਪੈਂਡ ਕਰ ਲਓ। ਬਿਲਕੁਲ। ਸੋ ਇਹ ਛੋਟੀਆਂ-ਛੋਟੀਆਂ ਜਿਹੜੇ ਸਟੈਪਸ ਹੈਗੇ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਦੁਬਾਰਾ ਇਨਕੋਰਪੋਰੇਟ ਕਰਕੇ ਪਿਆਰ ਨੂੰ ਰਿਵਾਈਵ ਕੀਤਾ ਜਾ ਸਕਦਾ। ਬਿਲਕੁਲ ਕੀਤਾ ਜਾ ਸਕਦਾ ਹੈ। ਹਾਂਜੀ ਜੀ। ਅੱਛਾ ਅਦਿਤੀ, ਫਾਈਟ ਲਵ ਲੈਂਗੁਏਜ ਬਾਰੇ ਤੁਸੀਂ ਦੱਸਿਆ, ਕੋਈ ਫਾਈਟ ਲੈਂਗੁਏਜ ਵੀ ਹੁੰਦੀ ਹੈ? ਬਿਲਕੁਲ ਹੁੰਦੀ ਹੈ ਜੀ। ਉਹ 'ਚ ਕੀ ਹੁੰਦਾ ਆ ਕਿ ਵੀ ਅਸੀਂ ਇੱਕ ਪੈਟਰਨ 'ਚ ਅਗੇਨ ਸਟਕ ਹੋ ਜਾਂਦੇ ਆ ਕਿ ਵੀ ਜਿੱਦਾਂ ਆਈ ਐਮ ਰਾਈਟ, ਯੂ ਆਰ ਰੋਂਗ। ਮੇਰਾ ਹੀ ਜਿਹੜਾ ਨਜ਼ਰੀਆ ਹੈ, ਮੇਰੀ ਓਪੀਨੀਅਨ ਹੈ, ਉਹ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਮੈਨੂੰ ਜ਼ਿਆਦਾ ਪਤਾ ਆ। ਮੈਂ ਫਾਈਨੈਂਸ 'ਚ ਕੰਮ ਕਰਦੀ ਹਾਂ ਜਾਂ ਕਰਦਾ ਹਾਂ, ਜਾਂ ਮੈਨੂੰ ਪਤਾ ਆ ਕਿਹੜੀ ਗਰੋਸਰੀ ਲੈ ਕੇ ਆਉਣੀ ਆ। ਪਰ ਜਿਹੜਾ ਦੂਜਾ ਬੰਦਾ ਕੋਸ਼ਿਸ਼ ਕਰ ਰਿਹਾ ਆ, ਉਹਨਾਂ ਦੀ ਕੋਸ਼ਿਸ਼ ਨੂੰ ਵੀ ਆਪਾਂ ਐਪਰੀਸ਼ੀਏਟ ਕਰੀਏ, ਉੱਥੇ ਆਪਣਾ ਐਪਰੀਸ਼ੀਏਟ ਆ ਜਾਂਦੀ ਹੈ। ਜਾਂ ਫਿਰ ਆਪਾਂ ਦਿਲ ਨੂੰ ਗੱਲ ਲਾ ਲੈਂਦੇ ਹਾਂ ਕਿ ਵੀ ਤੁਸੀਂ ਇੱਦਾਂ ਕੀਤਾ, ਮੇਰੀ ਬੜੀ ਬੇਇੱਜ਼ਤੀ ਹੋਈ, ਹਾਊ ਕੁਡ ਯੂ, ਤੁਸੀਂ ਇੱਦਾਂ ਕਿੱਦਾਂ ਕਰਤਾ। ਜਾਂ ਫਿਰ ਆਪਾਂ ਬਦਲੇ ਦੀ ਭਾਵਨਾ ਦੇ ਨਾਲ ਕਰਦੇ ਹਾਂ ਕਿ ਵੀ ਮੈਂ ਤਾਂ ਬਦਲਾ ਹੀ ਲੈਣਾ, ਤੁਸੀਂ ਇੱਦਾਂ ਕੀਤਾ ਸੀਗਾ, ਟਿਟ ਫॉर ਟੈਟ ਵਾਲੀ ਗੱਲ ਹੋ ਜਾਂਦੀ ਹੈ। ਜਾਂ ਤੁਸੀਂ ਕਿਤੇ ਟਾਈਮ 'ਤੇ ਨਹੀਂ ਪਹੁੰਚੇ ਅਤੇ ਦੂਜਾ ਬੰਦਾ ਬੜਾ ਹਰਟ ਹੋਇਆ, ਰਾਈਟ? ਅਤੇ ਉਹਨੇ ਤੁਹਾਨੂੰ ਦੱਸਿਆ ਨਹੀਂ, ਉਹ ਗੱਲ ਨੂੰ ਆਪਾਂ ਮਨ 'ਚ ਰੱਖ ਲੈਂਦੇ ਹਾਂ। ਹਾਂ, ਅਤੇ ਜਾਂ ਆਪਾਂ ਕਈ ਵਾਰੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਐਕਸ਼ਨ, ਜੇ ਮੈਂ ਲੇਟ ਹਾਂ ਜਾਂ ਮੈਂ ਕੁਛ ਨਹੀਂ ਕੀਤਾ, ਕਿਉਂ ਨਹੀਂ ਕੀਤਾ, ਬਿਜ਼ੀ ਬਹੁਤ ਸੀਗਾ, ਰਾਈਟ? ਅਤੇ ਦੂਜੇ ਬੰਦੇ ਨੂੰ ਤਾਂ ਫਿਰ ਗਲਤ ਮੈਸੇਜ ਮਿਲ ਰਿਹਾ ਕਿ ਤੁਸੀਂ ਬਿਜ਼ੀ ਸੀਗੇ, ਇਹਦਾ ਮਤਲਬ ਕਿ ਮੈਂ ਇੰਪੋਰਟੈਂਟ ਨਹੀਂ ਹੈਗਾ ਜਾਂ ਹੈਗੀ। ਅਤੇ ਇਸ ਲਈ ਚਾਹੀਦਾ ਹੈ ਕਿ ਵੀ ਆਪਾਂ ਗੁੱਸੇ ਨੂੰ ਘੱਟ ਕਰੀਏ, ਪਿਆਰ ਮੁਹੱਬਤ ਨਾਲ ਇੱਕ ਦੂਜੇ ਨਾਲ ਗੱਲ ਕਰੀਏ, ਇੱਕ ਦੂਜੇ ਨੂੰ ਰੀਅਸ਼ੋਰ ਕਰੀਏ ਕਿ ਵੀ ਤੁਸੀਂ ਮੇਰੀ ਜ਼ਿੰਦਗੀ 'ਚ ਬੜਾ ਅਹਿਮ ਹਿੱਸਾ ਹੋ ਮੇਰੀ ਜ਼ਿੰਦਗੀ ਦਾ, ਅਤੇ ਇਸ ਲਈ ਮੈਂ ਤੁਹਾਡੇ ਲਈ these are the things I'm doing for you, this is my love language। ਤੇ ਅਸੀਂ ਕਮਿਊਨੀਕੇਟ ਕਰੀਏ। ਇਹ ਬਹੁਤ ਪਿਆਰੀ ਗੱਲ ਹੈ ਅਦਿਤੀ ਕਿ ਦੂਸਰੇ ਬੰਦੇ ਨੂੰ ਇਹ ਜਤਾਉਣਾ
ਇਹ ਅਸ਼ਿਓਰ ਕਰਨਾ ਵੀ ਤੇਰੀ ਵੈਲਿਊ ਮੇਰੀ ਲਾਈਫ ਦੇ ਵਿੱਚ ਹੈਗੀ ਹੈ। ਸ਼ਾਇਦ ਅਸੀਂ ਇਹੀ ਜਤਾਣਾ ਹੀ ਭੁੱਲ ਜਾਂਦੇ ਹਾਂ। ਅਸੀਂ ਆਪਣੀਆਂ ਲਾਈਫ ਦੇ ਵਿੱਚ ਇੰਨੇ ਬਿਜ਼ੀ ਹਾਂ, ਅਸੀਂ ਨਾ ਸਗੋਂ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜੇ ਕਿਤੇ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ, ਜੇ ਕਿਤੇ ਮਿਸਕਮਿਊਨੀਕੇਸ਼ਨ ਹੋ ਗਈ, ਕੋਈ ਇਸ਼ੂ ਹੋ ਗਿਆ, ਕੋਈ ਕੌਨਫਲਿਕਟ ਹੋ ਗਿਆ, ਅਸੀਂ ਆਪਣੇ ਆਪ ਦੇ ਵਿੱਚ ਇੰਨੇ ਈਗੋਇਸਟਿਕ ਬਣ ਜਾਂਦੇ ਹਾਂ ਕਿ ਅਸੀਂ ਉਸ ਚੀਜ਼ ਨੂੰ ਕਮਿਊਨੀਕੇਟ ਕਰਕੇ ਹੱਲ ਕਰਨਾ ਹੀ ਨਹੀਂ ਚਾਹੁੰਦੇ। ਅਸੀਂ ਉਹਨੂੰ ਕਹਿੰਦੇ ਹਾਂ ਵੀ ਚੱਲ ਕੋਈ ਨਹੀਂ, ਇਹ ਤਾਂ ਕੰਮ ਕਰੀ ਜਾਂਦੀ ਹੈ, ਜਾਂ ਇਹ ਤਾਂ ਕੰਮ ਕਰੀ ਜਾਂਦਾ, ਇਹ ਤਾਂ ਇੱਥੇ ਹੀ ਰਹਿ ਰਹੀ ਹੈ, ਕੋਈ ਗੱਲ ਨਹੀਂ, ਜੇ ਮੈਂ ਨਹੀਂ ਵੀ ਕੁਛ ਕਰ ਰਿਹਾ, ਮੈਂ ਇਹਦੇ ਨਾਲ ਨਹੀਂ ਵੀ ਟਾਈਮ ਸਪੈਂਡ ਕਰ ਰਿਹਾ, ਕੋਈ ਇਸ਼ੂ ਨਹੀਂ ਹੈਗਾ। ਲੇਕਿਨ ਉੱਥੇ ਫਿਰ ਉਹ ਚੀਜ਼ ਆ ਜਾਂਦੀ ਹੈ ਜਿਹੜੀ ਤੁਸੀਂ ਕਹੀ ਕਿ ਕਿਸੇ ਨੂੰ ਇਹ ਜਤਾਉਣਾ ਕਿ ਤੇਰੀ ਮੇਰੀ ਲਾਈਫ ਦੇ ਵਿੱਚ ਬਹੁਤ ਵੈਲਿਊ ਹੈ, ਤੂੰ ਮੇਰੇ ਲਈ ਬਹੁਤ ਇੰਪੋਰਟੈਂਟ ਸਪੇਸ 'ਤੇ ਹੈਗੀ ਹੈ ਜਾਂ ਹੈਗਾ। ਆਈ ਥਿੰਕ ਦਿਸ ਇਜ਼ ਦਾ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਹਰ ਰਿਸ਼ਤੇ 'ਚ ਮੈਨੂੰ ਲੱਗਦਾ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ। ਤੇ ਇੱਕ ਮੈਂ ਹੋਰ ਗੱਲ ਐਡ ਕਰਨਾ ਚਾਹਾਂਗੀ ਜੈਸਮਿਨ ਜੀ, ਕਿ ਵੀ ਆਪਾਂ ਕਈ ਵਾਰੀ ਆਪਣੇ ਇਮੋਸ਼ਨਸ ਲਈ ਦੂਜੇ ਬੰਦੇ ਨੂੰ ਰਿਸਪੌਂਸਿਬਲ ਠਹਿਰਾਦੇ ਹਾਂ। ਜੇ ਮੈਨੂੰ ਗੁੱਸਾ ਆਇਆ, ਮੈਂ ਤੁਹਾਨੂੰ ਰਿਸਪੌਂਸਿਬਲ ਵੀ ਤੁਸੀਂ ਮੈਨੂੰ ਗੁੱਸਾ ਚੜਾਤਾ, ਰਾਈਟ। ਤੇ ਦੂਜਾ ਬੰਦਾ ਤੁਹਾਡੇ ਇਮੋਸ਼ਨ ਲਈ ਨਹੀਂ ਰਿਸਪੌਂਸਿਬਲ, ਤੁਸੀਂ ਆਪਣੇ ਇਮੋਸ਼ਨ ਲਈ ਆਪ ਰਿਸਪੌਂਸਿਬਲ ਹੋ। ਤੇ ਆਪਾਂ ਇਮੋਸ਼ਨਲੀ ਇੱਕ ਦੂਜੇ ਵਿੱਚ ਅਟਿਊਨ ਹੋਈਏ ਕਿ ਜੇ ਤੁਸੀਂ ਗੁੱਸੇ 'ਚ ਹੋ ਤੇ ਇੱਕ ਬੰਦਾ ਠੰਡਾ ਰਵੇ ਤੇ ਪਿਆਰ ਨਾਲ ਗੱਲ ਕਰੀਏ। ਜਦ ਅਸੀਂ ਗੁੱਸੇ 'ਚ ਹਾਂ ਤੇ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੋ ਸਕਦਾ, ਰਾਈਟ। ਤੇ ਅਸੀਂ ਇੱਕ ਗੁੱਡ ਮੈਂਟਲ ਸਪੇਸ 'ਚ ਹੋਈਏ, ਤਦੀ ਆਪਾਂ ਇੰਪੋਰਟੈਂਟ ਮੁੱਦਿਆਂ ਬਾਰੇ ਪਿਆਰ ਨਾਲ ਬਹਿ ਕੇ ਕੋਈ ਸੋਲੂਸ਼ਨ ਕੱਢ ਸਕਦੇ ਹਾਂ। ਤੇ ਇੱਕ ਦੂਜੇ ਨੂੰ ਨਾ ਬਲੇਮ ਕਰੀਏ, ਬਲੇਮ ਗੇਮ 'ਚ ਨਾ ਫਸ ਜਾਈਏ ਕਿ ਵੀ ਤੇਰੇ ਵਜ੍ਹਾ ਨਾਲ ਆਹ ਹੋਇਆ ਜਾਂ ਤੁਸੀਂ ਇੱਦਾਂ ਕੀਤਾ। ਬਲੇਮ ਗੇਮ 'ਚੋਂ ਆਪਾਂ ਬਾਹਰ ਨਿਕਲਣਾ ਆ। ਸਾਨੂੰ ਇਹ ਦੱਸੋ ਜੀ, ਬਾਊਂਡਰੀਜ਼ ਦੀ ਗੱਲ ਜਦੋਂ ਰਿਸ਼ਤਿਆਂ ਦੇ ਵਿੱਚ ਆਉਂਦੀ ਹੈ, ਬਾਊਂਡਰੀਜ਼ ਕਿੰਨੀਆਂ ਕੁ ਇੰਪੋਰਟੈਂਟ ਨੇ? ਮੈਨੂੰ ਲੱਗਦਾ ਜੈਸਮਿਨ ਜੀ, ਬਾਊਂਡਰੀ ਤਾਂ ਬਹੁਤ ਹੀ ਇੰਪੋਰਟੈਂਟ ਨੇ, ਕਿਉਂਕਿ ਕਈ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਬਿਲਕੁਲ ਨੋਨ ਨੈਗੋਸ਼ੀਏਬਲ ਹੁੰਦੀਆਂ ਨੇ, ਜਿੱਦਾਂ ਤੁਸੀਂ ਆਪਣੇ ਪਾਰਟਨਰ 'ਤੇ ਹੱਥ ਨਹੀਂ ਚੱਕ ਸਕਦੇ, ਰਾਈਟ। ਤੇ ਜੇ ਆਪਾਂ ਕਦੀ ਕਦਾਈ ਕੋਈ ਗਲਤੀ ਕਰਤੀ, ਉੱਚੀ ਨੀਵੀਂ ਗੱਲ ਹੋ ਗਈ, ਅਸੀਂ ਕਿਸੇ ਰੋਂਗ ਤਰੀਕੇ ਨਾਲ ਆਪਣੇ ਪਾਰਟਨਰ ਨਾਲ ਗੱਲ ਕੀਤੀ, ਤੇ ਫਿਰ ਉਹ ਆਪਣੀ ਜਿਹੜੀ ਗਲਤੀ ਹੈ ਉਹਨੂੰ ਮੰਨਣ ਦੀ ਸਾਡੇ ਕੋਲ ਸ਼ਮਤਾ ਵੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੀ ਗਲਤੀ ਨੂੰ ਮੰਨੀਏ ਜੇ ਆਪਾਂ ਕੋਈ ਗਲਤੀ ਕੀਤੀ ਹੈ। ਪਰ ਜਿਹੜੀ ਮੈਂ ਕਿਹਾ ਕਿ ਬਾਊਂਡਰੀ ਕਈ ਹੁੰਦੀਆਂ ਨੇ, ਉਹਨਾਂ ਨੂੰ ਬ੍ਰੀਚ ਨਹੀਂ ਕੀਤਾ ਜਾ ਸਕਦਾ, ਰਾਈਟ। ਜਿੱਦਾਂ ਇੱਕ ਦੂਜੇ ਦੀ ਕੰਸੈਂਟ ਚਾਹੀਦੀ ਹੈ ਰਿਲੇਸ਼ਨਸ਼ਿਪ ਲਈ। ਤੇ ਦੂਜਾ ਗੱਲ ਹੁੰਦੀ ਹੈ ਕਿ ਸੇਫਟੀ ਲਈ, ਜੇ ਬਾਊਂਡਰੀ ਬ੍ਰੀਚ ਹੋ ਗਈ ਤੇ ਤੁਹਾਡਾ ਪਾਰਟਨਰ ਜੇ ਸੇਫ ਨਹੀਂ ਮਹਿਸੂਸ ਕਰ ਰਿਹਾ ਤੇ ਉਹ ਤੁਹਾਡੇ ਨਾਲ ਓਪਨ ਕਿਉਂ ਹੋਊਗਾ, ਰਾਈਟ। ਤੇ ਆਪਾਂ ਜੇ ਕਿਸੇ ਨਾਲ ਓਪਨ ਹੋਣਾ ਚਾਹੁੰਦੇ ਹਾਂ, ਕਮਿਊਨੀਕੇਟ ਕਰਨਾ ਚਾਹੁੰਦੇ ਹਾਂ, ਪਰ ਜੇ ਸਾਡੇ ਦਿਲ 'ਚ ਡਰ ਆ ਕਿ ਵੀ ਦੂਜੇ ਬੰਦੇ ਦਾ ਰਿਐਕਸ਼ਨ ਵੋਲੇਟਾਈਲ ਹੋ ਸਕਦਾ ਆ, ਤੇ ਫਿਰ ਮੈਂ ਸੇਫ ਨਹੀਂ ਫੀਲ ਕਰਦੀ। ਜੇ ਮੈਂ ਸੇਫ ਨਹੀਂ ਫੀਲ ਕਰਦੀ, ਫਿਰ ਮੇਰੇ ਲਈ ਕਮਿਊਨੀਕੇਟ ਕਰਨਾ ਔਖਾ ਆ। ਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਬਾਊਂਡਰੀਜ਼ ਤੇ ਸੇਫਟੀ ਦੀ ਗੱਲ ਰਿਸ਼ਤਿਆਂ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ। ਤੇ ਜੇ ਆਪਾਂ ਗਲਤੀ ਕਰਦੇ ਹਾਂ ਰਿਸ਼ਤੇ ਵਿੱਚ, ਤੇ ਉਹਨੂੰ ਮੰਨੀਏ, ਉਹਨੂੰ ਜਸਟੀਫਾਈ ਨਾ ਕਰੀਏ, ਆਪਾਂ ਡਿਫੈਂਸਿਵ ਨਾ ਹੋਈਏ, ਤੇ ਬੜੇ ਓਪਨਲੀ, ਵਾਰਮਥ ਦੇ ਨਾਲ, ਓਨੈਸਟੀ ਦੇ ਨਾਲ, ਟਰਸਟ ਦੇ ਨਾਲ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ। ਪਰ ਇਹ ਹੈ ਕਿ ਵੀ ਸਕੋਪ ਇੰਪਰੂਵਮੈਂਟ ਦਾ ਹਰ ਰਿਸ਼ਤੇ ਵਿੱਚ ਹੁੰਦਾ ਆ, ਤੇ ਇਸ ਲਈ ਆਪਾਂ ਆਪਣੀ ਕਮੀਆਂ ਨੂੰ ਐਕਸੈਪਟ ਕਰੀਏ, ਦੂਜਿਆਂ ਦੀ ਕਮੀਆਂ ਨੂੰ ਨੋਟਿਸ ਕਰੀਏ, ਪਰ ਉਹਨਾਂ ਦੀ ਜਿਹੜੀ ਗੁੱਡ ਕੁਆਲਿਟੀਜ਼ ਨੇ ਉਹਨਾਂ ਨੂੰ ਵੀ ਹਾਈਲਾਈਟ ਕਰੀਏ, ਤਾਂ ਕਿ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਵੇ। ਤੁਸੀਂ ਨਾ ਬਹੁਤ ਪਿਆਰੀ ਗੱਲ ਕਹੀ ਹੈ ਅਦਿਤੀ, ਔਰ ਮੈਂ ਮੰਨਦੀ ਵੀ ਹਾਂ ਕਿ ਜੋ ਤੁਸੀਂ ਕਿਹਾ ਇਹ ਬਹੁਤ ਵਧੀਆ ਲੱਗਦਾ ਸੁਣਨ ਨੂੰ, ਕਿ ਗਲਤੀ ਮੰਨ ਲੈਣੀ, ਜੇ ਕਿਤੇ ਟਰਸਟ ਇਸ਼ੂਜ਼ ਹੈਗੇ ਆ, ਜੇ ਕਿਸੇ ਦਾ ਵਿਸ਼ਵਾਸ ਟੁੱਟਿਆ, ਜੇ ਕੋਈ ਹੋਰ ਇਸ਼ੂ ਇਸ ਤਰ੍ਹਾਂ ਦਾ ਹੈਗਾ, ਕੌਨਫਲਿਕਟ ਹੈਗਾ, ਜਿੱਥੇ ਬਾਊਂਡਰੀਜ਼ ਬ੍ਰੀਚ ਹੋਈਆਂ ਨੇ, ਜੇ ਤਾਂ ਦੂਜਾ ਬੰਦਾ ਗਲਤੀ ਮੰਨ ਲੈਂਦਾ, ਵੈਰੀ ਗੁੱਡ, ਫਿਰ ਤਾਂ ਉਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ, ਤੁਸੀਂ ਦੁਬਾਰਾ ਉਸ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੇ ਹੋ। ਪਰ ਤੁਸੀਂ ਤਾਂ ਹੁਣ ਡੀਲ ਕਰਦੇ ਹੋ ਆਪਣੀ ਕਮਿਊਨਿਟੀ ਦੇ ਇਸ਼ੂਜ਼ ਨਾਲ। ਬਹੁਤੀ ਵਾਰੀ ਲੋਕ ਗਲਤੀ ਮੰਨਦੇ ਨਹੀਂ, ਔਰ ਜਿੱਥੇ ਟਰਸਟ ਇਸ਼ੂਜ਼ ਆ ਜਾਂਦੇ ਨੇ, ਕਿਸੇ ਦਾ ਵਿਸ਼ਵਾਸ ਟੁੱਟਿਆ ਹੁੰਦਾ, ਉੱਥੇ ਤਾਂ ਫਿਰ ਗਲਤੀ, ਜੇ ਦੂਜਾ ਬੰਦਾ ਗਲਤੀ ਵੀ ਨਹੀਂ ਮੰਨ ਰਿਹਾ, ਤੁਹਾਡਾ ਟਰਸਟ ਟੁੱਟਿਆ, ਤੁਹਾਡੇ ਨਾਲ ਚੀਟਿੰਗ ਹੋਈ ਹੈ, ਜਾਂ ਤੁਹਾਡੇ ਨਾਲ ਕੋਈ ਐਸੀ ਬਾਊਂਡਰੀ ਹੈ ਜਿਹਨੂੰ ਬ੍ਰੇਕ ਕੀਤਾ ਗਿਆ, ਜਿੱਥੇ ਨਹੀਂ ਮੰਨ ਰਿਹਾ ਦੂਜਾ ਬੰਦਾ ਗਲਤੀ, ਉੱਥੇ ਫਿਰ ਤੁਸੀਂ ਕੀ ਸਲਾਹ ਦਿੰਦੇ ਹੋ ਉਸ ਬੰਦੇ ਨੂੰ ਕਿ ਉਹ ਤਾਂ ਬੰਦਾ ਫਿਰ ਇਕੱਲਾ ਰਹਿ ਗਿਆ, ਦੂਜਾ ਬੰਦਾ ਗਲਤੀ ਮੰਨਣ ਨੂੰ ਤਿਆਰ ਨਹੀਂ? ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਕਿ ਉਸ ਵੇਲੇ ਵੀ ਓਪਨਲੀ ਕਮਿਊਨੀਕੇਟ ਕਰਨਾ ਜ਼ਰੂਰੀ ਹੈ, ਰਾਈਟ। ਜੇ ਸਕੋਪ ਇੰਪਰੂਵਮੈਂਟ ਨਾਲ ਨਹੀਂ ਹੈਗਾ, ਤੁਹਾਡੀ ਬਾਊਂਡਰੀਜ਼ ਬ੍ਰੀਚ ਹੋ ਗਈਆਂ ਨੇ, ਤੇ ਤੁਹਾਡੀ ਜਿਹੜੀ ਸੈਲਫ ਰਿਸਪੈਕਟ ਦੀ ਗੱਲ ਹੈ ਉਹ ਬਹੁਤ ਅਹਿਮੀਅਤ ਰੱਖਦੀ ਹੈ। ਕਿ ਸਾਨੂੰ ਜਿੱਦਾਂ ਕੰਡੀਸ਼ਨ ਕੀਤਾ ਜਾਂਦਾ ਹੈ ਕਿ ਵੀ ਆਪਣੀ ਕਮਿਊਨਿਟੀ 'ਚ ਜੇ ਕੋਈ ਗੱਲ ਨਹੀਂ, ਤੇ ਤੁਸੀਂ ਹਰਟ ਹੋ ਰਹੇ ਹੋ ਅਗੇਨ ਐਂਡ ਅਗੇਨ, ਤੇ ਉਹਨੂੰ ਐਕਸੈਪਟ ਕਰੀ ਜਾਓ। ਹਰ ਚੀਜ਼ ਨੂੰ ਨਹੀਂ ਐਕਸੈਪਟ ਕੀਤਾ ਜਾ ਸਕਦਾ, ਰਾਈਟ। ਤੇ ਕੁਛ ਜਿਹੜੀ ਬਾਊਂਡਰੀਜ਼ ਨੇ ਉਹਨਾਂ ਨੂੰ ਬ੍ਰੀਚ ਨਹੀਂ ਕੀਤਾ ਜਾ ਸਕਦਾ। ਪਰ ਜੇ ਇੱਕ ਵਾਰੀ ਟਰਸਟ ਟੁੱਟ ਗਿਆ, ਉਹ ਟਰਸਟ ਗੇਨ ਕੀਤਾ ਜਾ ਸਕਦਾ ਆ। ਡਿਪੈਂਡ ਕਰਦਾ ਆ ਕੌਨਟੈਕਸਟ ਤੇ ਡਿਪੈਂਡ ਕਰਦਾ ਹੈ ਕਿ ਕੀ ਹੋਇਆ, ਕਿੱਦਾਂ ਹੋਇਆ, ਕਿਹੜੀ ਕਮੀਆਂ ਸੀਗੀਆਂ ਰਿਸ਼ਤਿਆਂ 'ਚ ਕਿ ਇਹ ਨੌਬਤ ਆਈ। ਜੀ
ਜੀ। ਤੇ ਉਹ ਨੌਬਤ ਨਾ ਆਏ, ਇਸ ਲਈ ਆਪਾਂ ਆ ਕਨਵਰਸੇਸ਼ਨ ਕੰਟੀਨਿਊ ਕਰਾਂਗੇ। Yes. ਹੋਪਫੁਲੀ ਸਾਡੇ ਲਿਸਨਰਸ ਆਪਣਾ ਹੋਮਵਰਕ ਕਰਨਗੇ Yes. ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਨੈਕਸਟ ਟਾਈਮ ਆਪਾਂ ਉਹਨਾਂ ਦੇ ਕੁਐਸਚਨਸ ਲੈ ਜੀ, ਸਕਦੇ ਹਾਂ ਜੀ, ਤੇ ਜੀ। ਕੋਸ਼ਿਸ਼ ਕਰਾਂਗੇ ਕਿ ਵੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ 'ਚ ਜਿਹੜੇ ਰਿਸ਼ਤੇ ਨੇ ਉਹ ਮਿੱਠੇ ਬਣੇ ਰਹਿਣ।